ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਤੇ ਵਿਊਅਰਸ ਨੂੰ ਜਿਹੜੇ ਸਾਡੇ ਸੋਸ਼ਲ ਮੀਡੀਆ ਚੈਨਲਸ ਤੇ ਰਾਹੀਂ ਇਹਨੂੰ ਦੇਖ ਰਹੇ ਆ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਜੀ ਆਇਆਂ ਆਖਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਪੰਜਾਬੀ ਟੈਕ ਟਾਕ ਦੇ ਵਿੱਚ ਵੱਖ-ਵੱਖ ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ, ਕਿੱਦਾਂ ਇਹ ਸਮਾਜ ਦੇ ਉੱਤੇ ਅਸਰ ਪਾ ਰਿਹਾ, ਕੀ ਇਸ ਦੇ ਨਾਲ ਜੁੜੀਆਂ ਨਵੀਆਂ ਚੀਜ਼ਾਂ ਆ ਰਹੀਆਂ, ਕਿੱਦਾਂ ਆਪਣੇ ਜੀਵਨ ਨੂੰ ਇਹ ਬਦਲ ਰਹੀ ਹੈ ਟੈਕਨੋਲੋਜੀ, ਉਸ ਉੱਤੇ ਆਪਾਂ ਚਰਚਾ ਕਰਦੇ ਹਾਂ। ਅੱਜ ਵੀ ਇਸੇ ਤਰੀਕੇ ਦੇ ਨਾਲ ਇੱਕ ਸੰਬੰਧਿਤ ਹੀ ਗੱਲਬਾਤ ਕਰਾਂਗੇ। ਕਲਾਈਮੇਟ ਚੇਂਜ ਦਾ ਨਾਮ ਆਪਾਂ ਹੁਣ ਪਿਛਲੇ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਅੱਜ ਇਹਨੂੰ ਟੈਕਨੋਲੋਜੀ ਦੀ ਅੱਖ ਦੇ ਨਾਲ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ। ਕਲਾਈਮੇਟ ਚੇਂਜ ਕੀ ਆ, ਕੀ ਇਹਦੇ ਕਾਰਨ ਆ, ਕਲਾਈਮੇਟ ਚੇਂਜ ਦੇ ਵਿੱਚ ਟੈਕਨੋਲੋਜੀ ਕੀ ਰੋਲ ਪਲੇ ਕਰ ਚੁੱਕੀ ਆ ਇਸ ਦੇ ਆਉਣ ਦੇ ਵਿੱਚ ਜਾਂ ਕਾਜ਼ਜ਼ ਦੇ ਵਿੱਚ, ਤੇ ਜਾਂ ਫਿਰ ਇਸ ਦੇ ਨਿਵਾਰਣ ਦੇ ਵਿੱਚ ਟੈਕਨੋਲੋਜੀ ਕਿੱਦਾਂ ਦਾ ਰੋਲ ਅਦਾ ਕਰ ਸਕਦੀ ਆ। ਕੀ ਇਸ ਦੇ ਭਵਿੱਖ ਤੇ ਦਾ ਕੀ ਅਸਰ ਹੋਊਗਾ, ਖਾਸ ਕਰਕੇ ਜੌਬਸ ਵਗੈਰਾ ਦੇ ਉੱਤੇ। ਉਸ ਪੱਖ ਤੋਂ ਵੀ ਆਪਾਂ ਇਸ ਨੂੰ ਜਿਹੜੀ ਆ ਉਹ ਕੋਖ ਕਰਾਂਗੇ। ਸੋ ਗੱਲਬਾਤ ਹਰਵਿੰਦਰ ਕਰਦੇ ਜਾਈਏ। ਇਹ ਆਪਾਂ ਬਜ਼ੁਰਗਾਂ ਤੋਂ ਵੀ ਹੁਣ ਆਪ ਵੀ ਆਪਾਂ ਕਹਿੰਦੇ ਆ ਯਾਰ ਪਹਿਲਾਂ ਦੇ ਨਾਲੋਂ ਫਰਕ ਬਹੁਤ ਪੈ ਗਿਆ। ਗਰਮੀ ਜ਼ਿਆਦਾ, ਠੰਡ ਜ਼ਿਆਦਾ, ਜਾਂ ਉਹ ਜਿਹੜਾ ਪੀਰੀਓਡਿਸਿਟੀ ਹੁੰਦੀ ਸੀ ਉਹ ਪੀਰੀਓਡਿਕਲੀ ਆਉਂਦਾ ਸੀ, ਥੋੜ੍ਹਾ ਬਹੁਤਾ ਉੱਤੇ ਥੱਲੇ ਹੋਣਾ, ਉਹਦੇ ਵਿੱਚ ਜ਼ਿਆਦਾ ਅਸਰ ਪੈ ਰਿਹਾ ਆ। ਸੋ ਇਹ ਕਿਤੇ ਨਾ ਕਿਤੇ ਆਪਾਂ ਕਲਾਈਮੇਟ ਚੇਂਜ ਨਾਲ ਜੋੜ ਕੇ ਦੇਖਦੇ ਹਾਂ। ਸੋ ਸ਼ੁਰੂਆਤ ਕਰਦੇ ਹਾਂ ਇਸੇ ਤੋਂ ਉੱਤੋਂ ਹੀ ਵੀ ਕਲਾਈਮੇਟ ਚੇਂਜ ਹੈ ਕੀ ਚੀਜ਼। ਜੀ ਰਾਜਕਰਨਵੀਰ ਸਿੰਘ, ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰੀਏ ਤੇ ਵਾਤਾਵਰਣ ਦੇ ਵਿੱਚ ਤਬਦੀਲੀਆਂ ਨੂੰ ਪੰਜਾਬੀ ਵਿੱਚ ਉਹਦੀ ਸਿੱਧੀ ਟਰਾਂਸਲੇਸ਼ਨ ਕਰ ਸਕਦੇ ਹਾਂ। ਜੇ ਯੂਨਾਈਟਿਡ ਨੇਸ਼ਨਸ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤੇ ਉਹਦੇ ਅਨੁਸਾਰ ਲੰਮੇ ਸਮੇਂ ਦੇ ਵਿੱਚ ਲੌਂਗ ਟਰਮ ਸ਼ਿਫਟ ਇਨ ਟੈਂਪਰੇਚਰਸ ਨੂੰ ਤੇ ਜਿਹੜੇ ਵੈਦਰ ਦੇ ਪੈਟਰਨ ਆ, ਜਿੱਦਾਂ ਤੁਸੀਂ ਪਹਿਲੇ ਐਕਸਪਲੇਨ ਕਰ ਹੀ ਦਿੱਤਾ, ਤੇ ਉਹਨਾਂ ਨੂੰ ਕਲਾਈਮੇਟ ਚੇਂਜ ਕਿਹਾ ਜਾਂਦਾ ਹੈ ਨਾ। ਤੇ ਆਮ ਤੌਰ ਤੇ ਅਸੀਂ ਵੇਖਿਆ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜਾ ਮਾਹੌਲ ਦੇਖਿਆ, ਇਕੱਲਾ ਮੈਂ ਇਹ ਆਲਮੀ ਗੱਲ ਆ, ਪੂਰੀ ਦੁਨੀਆ ਦੀ ਗੱਲ ਆ, ਇਕੱਲੇ ਅਮਰੀਕਾ ਜਾਂ ਇੰਡੀਆ ਜਾਂ ਪੰਜਾਬ ਦੇ ਸੰਬੰਧ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜੇ ਚੀਜ਼ਾਂ ਉਹ ਆਪਾਂ ਨੂੰ ਵੇਖਣ ਨੂੰ ਮਿਲ ਰਹੀਆਂ। ਤੇ ਉਹਦੇ ਵਿੱਚ ਜਿਹੜੇ ਸ਼ਿਫਟ ਆਮ ਤੌਰ ਦੇ ਉੱਤੇ ਇਹ ਦੱਸਦਾ ਕਿ ਜਿਹੜੇ ਤੇ ਸ਼ਾਰਟ ਟਰਮ ਸ਼ਿਫਟ ਆ, ਹੈ ਨਾ, ਜਿੱਦਾਂ ਅਸੀਂ ਕੈਲੀਫੋਰਨੀਆ ਵਿੱਚ ਰਹਿੰਦੇ, ਇੱਕ ਸਾਲ ਮੀਂਹ ਪੈ ਗਏ, ਦੂਸਰੇ ਸਾਲ ਔੜ ਪੈ ਗਈ, ਹੈ ਨਾ। ਇਹ ਜਿਹੜੀ ਚੀਜ਼ਾਂ ਇਹ ਤਾਂ ਚੱਲ ਹੁੰਦੀਆਂ ਰਹਿੰਦੀਆਂ ਤੇ ਕੁਦਰਤੀ ਤੌਰ ਦੇ ਉੱਤੇ ਆ, ਪਰ ਇਹਦੇ ਵਿੱਚ ਜਿਹੜੀ ਕੀ ਐਲੀਮੈਂਟ ਆ ਜਿਹੜੀ ਸਮਝਣ ਵਾਲਾ ਵਾ, ਉਹ ਇਹ ਹੈ ਕਿ ਜਿਹੜੇ ਲੌਂਗ ਟਰਮ ਸ਼ਿਫਟ ਹੋ ਜਾਂਦੇ ਆ, ਟੈਂਪਰੇਰੀ ਨਹੀਂ ਵੀ 1 ਸਾਲ 2 ਸਾਲ ਹੋ ਗਏ, ਪਰ ਲੰਮਾ ਸਮਾਂ ਜਿਹੜੇ ਸ਼ਿਫਟ ਹੁੰਦੇ ਆ। ਇਹਦੇ ਵਿੱਚ ਇੱਕ ਗੱਲ ਧਿਆਨ ਕਰਨ ਵਾਲੀ ਹੈ ਕਿ 1800s ਵਿੱਚ 19ਵੀਂ ਸਦੀ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ। ਇੰਡਸਟਰੀਅਲ ਰੈਵੋਲੂਸ਼ਨ ਦੇ ਵਿੱਚ ਜਿਹੜੀ ਆਲਮੀ ਤਪਸ਼ ਆ, ਹੈ ਨਾ, ਗਲੋਬਲ ਵਾਰਮਿੰਗ ਜਿਹਨੂੰ ਕਹਿੰਦੇ ਆ, ਉਹ ਵੀ ਵਧੀ, ਤੇ ਉਹੀ ਇੱਕ ਮੇਨ ਕੰਟਰੀਬਿਊਟਰ ਆ ਜੇ ਮੋਟੇ ਤੌਰ ਦੇ ਉੱਤੇ ਦੇਖਿਆ ਜਾਏ। ਹਾਲਾਂਕਿ ਉਹਦੇ ਬਹੁਤ ਕਾਰਨ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਮੋਟੇ ਤੌਰ ਦੇ ਉੱਤੇ ਇਹ ਕਹਿ ਰਹੇ ਕਿ ਜਿਹੜੀ ਆਲਮੀ ਤਪਸ਼ ਆ ਉਹਨੇ ਕਲਾਈਮੇਟ ਚੇਂਜ ਨੂੰ ਜਿਹੜਾ ਉਹਦੇ ਵਿੱਚ ਤਬਦੀਲੀ, ਮੌਸਮ ਦੇ ਵਿੱਚ ਪੈਟਰਨਸ ਦੇ ਵਿੱਚ ਤਬਦੀਲੀ ਲੈ ਕੇ ਆਉਂਦੀ ਆ। ਹੁਣ ਰਾਜਕਰਨਵੀਰ ਕੀ ਹੋਇਆ ਕਿ ਜਦੋਂ ਇੰਡਸਟਰੀ ਆਈ, ਇੰਡਸਟਰੀ ਦੇ ਲਈ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਆ ਉਹਦੀ ਪ੍ਰੋਡਕਸ਼ਨ ਦੇ ਉੱਤੇ, ਉਹਦੀ ਪ੍ਰੋਡਕਸ਼ਨ ਦੀ ਐਫੀਸ਼ੀਐਂਸੀ ਉੱਤੇ ਜਿਹੜਾ ਜ਼ੋਰ ਦਿੱਤਾ ਜਾਣ ਲੱਗ ਪਿਆ। ਉਹਦੇ ਕਰਕੇ ਜਿਹੜੀ ਕੁਦਰਤੀ ਤੌਰ ਦੇ ਉੱਤੇ ਪਹਿਲਾਂ ਚੀਜ਼ਾਂ ਹੁੰਦੀਆਂ ਸੀ, ਜਿਹਦਾ ਕਿ ਵਾਤਾਵਰਨ ਦੇ ਨਾਲ ਬਹੁਤਾ ਖਿਲਵਾੜ ਨਹੀਂ ਸੀ ਹੁੰਦਾ, ਤੇ ਇੱਕ ਬੈਲੈਂਸ ਜਿਹਾ, ਚਲੋ ਆਫ ਥੋੜਾ ਬੈਲੈਂਸ ਇੰਨਾ ਨਹੀਂ ਸੀ ਹੁੰਦਾ, ਪਰ ਜਦੋਂ ਉਹਦੀ ਅਸੀਂ ਐਗਜ਼ੀਕਿਊਸ਼ਨ ਕਰਨ ਲੱਗੇ ਚੀਜ਼ਾਂ ਦੀ, ਫੈਕਟਰੀਆਂ ਲੱਗੀਆਂ, ਉਹਦੇ ਤੋਂ ਆਊਟਪੁੱਟ ਵੱਲ ਆਪਾਂ ਨੂੰ ਧਿਆਨ ਦੇਣ ਲੱਗ ਪਏ, ਤੇ ਕੋਈ ਅਨਨੈਚੁਰਲ ਪ੍ਰੋਸੈਸਿਸ ਜਿਹੜੀ ਆਪਾਂ ਹੋਂਦ ਦੇ ਵਿੱਚ ਲਿਆਂਦੀ ਆ, ਜਿਹਦੇ ਕਰਕੇ ਇਹ ਜਿਹੜਾ ਆਲਮੀ ਤਪਸ਼ ਆ ਉਹ ਵਧੀ। ਤੇ ਖਾਸ ਤੌਰ ਦੇ ਉੱਤੇ ਇਸ ਵਿੱਚ ਅਸੀਂ ਗੱਲ ਕਰੀਏ ਕਿ ਹੋਰ ਅਸੀਂ ਥੋੜੀ ਵੱਧ ਇੱਕ ਲੈਵਲ ਥੱਲੇ ਚਲੇ ਜਾਈਏ ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਜਿਹੜੀਆਂ ਗੈਸਿਸ ਆ, ਉਹਨਾਂ ਦੀ ਜਿਹੜੀ ਵਾਤਾਵਰਨ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੈਜ਼ੈਂਸ ਵਧੀ, ਤੇ ਉਹ ਇਹ ਦੱਸਦੇ ਜਾਏ ਕਿ ਇੱਦਾਂ ਦੀਆਂ ਗੈਸ ਆ ਜਿਹੜੀ ਤਪਸ਼ ਨੂੰ ਅਬਜ਼ੌਰਬ ਜ਼ਿਆਦਾ ਕਰਦੀਆਂ ਬਾਕੀ ਨਾਲੋਂ, ਹੈ ਨਾ। ਸੋ ਇਹਦੇ ਕਰਕੇ ਜਿਹੜੀ ਵਾਤਾਵਰਨ ਦੇ ਵਿੱਚ ਜਿਹੜੇ ਸੂਰਜ ਦੀ ਕਿਰਨਾਂ ਦੇ ਨਾਲ ਜਿਹੜਾ ਪਹਿਲਾਂ ਟੈਂਪਰੇਚਰ ਹੁੰਦਾ ਸੀ, ਉਹ ਜਿਹੜਾ ਇਹ ਗੈਸਾਂ ਵੱਧ ਹੋਣ ਕਰਕੇ ਅਬਜ਼ੌਰਬ ਹੋਣ ਲੱਗ ਪਿਆ, ਤੇ ਅਬਜ਼ੌਰਬ ਹੋਣ ਕਰਕੇ ਜਿਹੜੀ ਆਲਮੀ ਤਪਸ਼ ਆ ਉਹ ਵਧੀ। ਇਹ ਮੰਨਿਆ ਜਾ ਰਿਹਾ ਰਾਜਕਰਨ ਕਿ ਹੁਣ ਤੱਕ
ਜਿਹੜੇ ਕੁਝ ਅੰਦਾਜ਼ੇ ਜਿਹੜੇ ਜ਼ਿਆਦਾ ਪੋਪੂਲਰ ਆ ਉਹਦੇ ਨਾਲ ਅਨੁਸਾਰ ਪਿਛਲੇ 3 ਦਹਾਕਿਆਂ ਦੇ ਵਿੱਚ ਦੁਨੀਆ ਭਰ ਦਾ ਜਿਹੜਾ ਤਾਪਮਾਨ ਆ ਔਨ ਐਵਰੇਜ 1.1 ਡਿਗਰੀ ਸੈਲਸੀਅਸ ਵਧਿਆ ਹੋਇਆ ਜੀ। ਬਿਲਕੁਲ ਸਾਇੰਸਦਾਨਾਂ ਨੇ ਪਤਾ ਨਹੀਂ ਕਿੰਨੀ ਵਾਰੀ ਇਹ ਖਤਰੇ ਦਾ ਘੁੱਗੂ ਵਜਾਇਆ ਆ, ਜਿਸ ਦੇ ਵਿੱਚ ਕਹਿੰਦੇ ਆ ਵੀ 2 ਡਿਗਰੀ ਜਾਂ 2.5 ਡਿਗਰੀ ਜਾਂ ਇਦਾਂ ਵੱਧ ਗਿਆ ਤਾਂ ਇਰਰਿਵਰਸੀਬਲ ਇਰਰਿਵਰਸੀਬਲ ਨਾ ਜੀ। ਮੁੜਨ ਵਾਲਾ ਜਿਹੜਾ ਇਹ ਆਪਾਂ ਨੂੰ ਫਰਕ ਪੈ ਜਾਣਾ। ਉਂਝ ਆਪਾਂ ਤੁਸੀਂ 19ਵੀਂ ਸਦੀ ਦੀ ਗੱਲ ਕਰਦੇ ਆ, 1880s ਦੇ ਵਿੱਚ ਜਿਹੜਾ ਦੂਸਰਾ ਇੰਡਸਟਰੀਅਲ ਰੈਵੋਲੂਸ਼ਨ ਆਇਆ ਸੀ ਉਹਨੂੰ ਟੈਕਨੋਲੋਜੀ ਰੈਵੋਲੂਸ਼ਨ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ। ਜੀ ਜੀ ਉਸੇ ਦੌਰਾਨ ਹੀ ਜਿਹੜੀ ਕੋਲੇ ਦੀ ਵਰਤੋਂ ਕੀਤੀ ਜਾਣੀ ਸ਼ੁਰੂ ਹੋਈ, ਜਿਹੜੀ ਬਿਜਲੀ ਦੀ ਪੈਦਾਵਾਰ ਦੇ ਲਈ, ਘਰਾਂ ਦੇ ਲਈ, ਫੈਕਟਰੀਆਂ ਦੇ ਲਈ, ਉਹ ਇੰਨੀ ਕੁ ਉਸ ਟਾਈਮ ਦੇ ਉੱਤੇ ਕਾਰਗਰ ਸਾਬਤ ਹੋਈ। ਐਡਵਾਂਸਮੈਂਟ ਇੰਨੀ ਕੁ ਜ਼ਿਆਦਾ ਹੋਣੀ ਸ਼ੁਰੂ ਹੋਈ ਟੈਕਨੋਲੋਜੀ ਦੇ, ਕਿਉਂਕਿ ਉਹ ਟੈਕਨੋਲੋਜੀ ਹੋਈ ਆ ਇੱਕ ਹਿਸਾਬ ਦੇ ਨਾਲ ਨਾ। ਆਪਾਂ ਜੀ ਫਿਰ ਉਹ ਫਰਕ ਜਿਹੜਾ ਉਹ ਦੇਖਿਆ, ਉਹਨੇ ਤੇਜ਼ ਕਰ ਦਿੱਤਾ। ਨੋ ਡਾਊਟ ਉਹ ਜਿਹੜੀ ਟੈਕਨੋਲੋਜੀ ਜਦੋਂ ਆਈ ਉਹਨੇ ਮੁਲਕਾਂ ਨੂੰ, ਲੋਕਾਂ ਨੂੰ ਬਹੁਤ ਗਾਂਹ ਵੀ ਜਿਹੜਾ ਉਹ ਚੱਕਿਆ। ਜੇ ਆਪਾਂ ਆਰਥਿਕ ਤੌਰ ਤੋਂ, ਇਕੋਨਮੀਜ਼ ਦੇ ਤੌਰ ਤੋਂ, ਖਿੱਤਿਆਂ ਦੇ ਤੌਰ ਦੇ ਉੱਤੋਂ ਦੇਖੀਏ, ਨੌਕਰੀਆਂ ਦੇ ਪੱਖ ਤੋਂ ਉੱਤੋਂ ਦੇਖੀਏ, ਪਰ ਨਾਲ ਦੇ ਨਾਲ ਬਰਾਬਰ ਹੀ ਜਿਹੜਾ ਵਾਤਾਵਰਣ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋਇਆ। ਜਿਹੜਾ ਪੋਲਿਊਸ਼ਨ, ਆਪਾਂ ਪ੍ਰਦੂਸ਼ਣ ਦੇਖਦੇ ਹਾਂ ਹੁਣ, ਤਰ੍ਹਾਂ ਤਰ੍ਹਾਂ ਦਾ ਪ੍ਰਦੂਸ਼ਣ ਜਿਹੜਾ ਉਹ ਦੇਖਦੇ ਆ, ਇਹ ਵੀ ਜਿਹੜੀਆਂ ਆ ਇਹਨਾਂ ਰੈਵੋਲੂਸ਼ਨਸ ਦੇ ਵਿੱਚੋਂ ਹੀ ਇੱਕ ਬਾਈ ਪ੍ਰੋਡਕਟ ਦੇ ਵਜੋਂ ਆਪਾਂ ਨੂੰ ਮਿਲਿਆ ਆ। ਸੋ ਜੀ ਇਹ ਆਪਾਂ ਹਰਵਿੰਦਰ ਜਿੱਦਾਂ ਹੁਣ ਦੇਖਦੇ ਆ, ਇਹ ਇੱਕ ਕਾਰਨ ਆ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਾਰਨ ਆਪਾਂ ਦੇਖ ਰਹੇ ਆ ਇਹ ਭੂਗੋਲਿਕ ਤੌਰ ਦੇ ਉੱਤੇ, ਆਲਮੀ ਪੱਧਰ ਦੇ ਉੱਤੇ ਜਿਹੜੇ ਕਲਾਈਮੇਟ ਦੇ ਚੇਂਜਸ ਨੂੰ ਲੈ ਕੇ? ਜੀ ਆਪਾਂ ਕਾਰਨ ਤੋਂ ਜਾਣ ਤੋਂ ਪਹਿਲੇ ਇੱਕ ਚੀਜ਼ ਮੈਂ ਹੋਰ ਇਹਦੇ ਵਿੱਚ ਹੈ ਨਾ ਕਲੀਅਰ ਕਰ ਦਿੰਦਾ। ਜਦੋਂ ਆਪਾਂ ਜੀ ਆਮ ਤੌਰ ਦੇ ਉੱਤੇ ਗੱਲ ਕਰਦੇ ਕਿ ਗਲੋਬਲੀ ਨਾ ਇੰਡਸਟਰੀ ਰੈਵੋਲੂਸ਼ਨ ਤੋਂ ਬਾਅਦ ਹੁਣ ਤੱਕ ਜਿਹੜਾ ਤਾਪਮਾਨ ਆ 1.1% 1.1 ਡਿਗਰੀ ਸੈਲਸੀਅਸ ਵਧਿਆ। ਸੋ ਆਮ ਤੌਰ ਦੇ ਉੱਤੇ ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਯਾਰ 1.1% ਦਾ 1.1 ਡਿਗਰੀ ਸੈਲਸੀਅਸ ਕੋ ਬਹੁਤਾ ਕੀ ਨਹੀਂ ਫਰਕ ਹੁੰਦਾ ਪੈ ਜਾਣਾ। ਹੈ ਨਾ, ਉਹਨਾਂ ਕੀ ਫਰਕ ਪੈ ਜਾਂਦਾ। ਪਰ ਇਹਨੂੰ ਇਹ ਜਿਹੜਾ ਡੇਟਾ ਵਾ ਇਹਨੂੰ ਔਨ ਐਵਰੇਜ 1.1%। ਸੋ ਕਹਿੰਦਾ ਭਾਵ ਇਹ ਆ ਵੀ ਕੁਛ ਜਿਹੜੇ ਇਲਾਕੇ ਆ ਉਹਨਾਂ ਦਾ ਜਿਹੜਾ ਤਾਪਮਾਨ ਆ ਉਹ ਬਹੁਤ ਫਰਕ ਹੋਊਗਾ। ਜਿਹੜੇ ਕੁਛ ਇਲਾਕੇ ਆ ਉਹਨਾਂ ਦੇ ਵਿੱਚ ਸ਼ਾਇਦ ਇੰਨਾ ਇੰਪੈਕਟ ਨਾ ਹੋਵੇ। ਮੈਂ ਰਾਜਕਨੀ ਦੱਸ ਦੇਵਾਂ ਕਿ ਕੰਮ ਦੇ ਸਿਲਸਿਲੇ ਦੇ ਵਿੱਚ ਮੈਂ ਏਸ਼ੀਆ ਪੈਸੀਫਿਕ ਖਿੱਤੇ ਵਿੱਚ ਜਾਂਦਾ ਰਹਿੰਦਾ ਹੈ ਨਾ। ਠੀਕ ਹੈ। ਫਿਲੀਪੀਨਸ ਹੋ ਗਿਆ, ਥਾਈਲੈਂਡ ਜਾਂ ਚੀਨ ਦੀ ਈਸਟ ਕੋਸਟ ਹੋ ਗਈ, ਹਾਂਗਕਾਂਗ ਏਰੀਆ ਹੋ ਗਿਆ, ਮਲੇਸ਼ੀਆ ਹੋ ਗਿਆ। ਸੋ ਉਸ ਖਿੱਤੇ ਦੇ ਵਿੱਚ ਜਿਹੜੇ ਲੋਕ ਆ ਉਹ ਕਹਿੰਦੇ ਸੀ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਖਾਸ ਤੌਰ ਦੇ ਉੱਤੇ ਮੈਨੂੰ ਪਿਛਲੀ ਵਾਰ ਜਦੋਂ ਮੈਂ ਥਾਈਲੈਂਡ ਜਾਣ ਦਾ ਮੌਕਾ ਮਿਲਿਆ ਤੇ ਮੈਨੂੰ ਉਹ ਦੱਸਦੇ ਸੀ ਸਿਆਣੀ ਉਮਰ ਦੇ ਬੰਦੇ ਕਿ ਜਦੋਂ ਕਹਿੰਦੇ ਅਸੀਂ ਛੋਟੇ ਹੁੰਦੇ ਸੀ ਨਾ ਤੇ ਉਦੋਂ ਜਿਹੜੀ ਉੱਥੇ ਗਰਮੀਆਂ ਹੁੰਦੀਆਂ ਸੀ, ਉੱਥੇ ਜਿਹੜਾ ਤਾਪਮਾਨ ਉਹ 14-15 ਡਿਗਰੀ ਸਿਆਲਾਂ ਦੇ ਵਿੱਚ 14-15 ਡਿਗਰੀ ਤੱਕ ਚਲਿਆ ਜਾਂਦਾ ਸੀ। ਹੁਣ ਦੇ ਜਿਹੜੇ ਸਿਆਲ ਆ ਉਹਦਾ ਘੱਟੋ ਘੱਟ ਜਿਹੜਾ ਤਾਪਮਾਨ ਆ ਉਹ 22-23 ਡਿਗਰੀ ਹੁੰਦਾ। ਇੰਨਾ ਜ਼ਿਆਦਾ ਫਰਕ ਪੈ ਗਿਆ। ਇੰਨਾ ਜ਼ਿਆਦਾ ਉਹਨਾਂ ਦੇ ਲਈ ਫਰਕ ਆ। ਸੋ ਕਹਿੰਦਾ ਮਤਲਬ ਔਨ ਐਵਰੇਜ 1.1 ਡਿਗਰੀ ਥਰੂ ਆਊਟ ਦਾ ਵਰਲਡ ਦੀ ਗੱਲ ਕਰਦੇ ਆ ਹੈ ਨਾ। ਪਰ ਇਹ ਜਿਹੜਾ ਕਿਤੇ ਦਾ ਇੰਪੈਕਟ ਗਰਮੀ ਵਾਲੇ ਇਲਾਕੇ ਆ, ਰਿਕਾਰਡ ਤੋਂ ਆਪਾਂ ਦੇਖਿਆ ਹੀ ਆ ਪਿਛਲੇ ਸੀਜ਼ਨ ਦੇ ਵਿੱਚ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਰਿਕਾਰਡ ਤੋੜ ਗਰਮੀ ਪਈ। 50-50 ਡਿਗਰੀ ਨੂੰ ਕਈ ਜਿਹੜੀਆਂ ਥਾਵਾਂ 50 ਡਿਗਰੀ ਨੂੰ ਟੱਚ ਉਹ ਜਿਹੜੀਆਂ ਉਹ ਉਸ ਨੂੰ ਪਾਰ ਕਰ ਗਈਆਂ। ਉਹ ਤਾਂ ਇਨਸਾਨਾਂ ਦੇ ਰਹਿਣ ਲਾਇਕ ਤਾਪਮਾਨ ਨਹੀਂ ਹੈਗਾ। ਨਾ ਹੀ ਜੀਵ ਜੰਤੂ ਰਹਿ ਸਕਦੇ ਆ, ਨਾ ਹੀ ਕੋਈ ਉੱਤੇ ਕ੍ਰੌਪ ਹੋ ਸਕਦੀ ਆ। ਸੋ ਆਪਾਂ ਉਸ ਪਾਸੇ ਵੱਲ ਨੂੰ ਹੁਣ ਆਪਾਂ ਇਸੇ ਦੇ ਵਿੱਚ ਇੱਕ ਹੋਰ ਉਦਾਹਰਣ ਲੈ ਲੈਂਦੇ ਆ। ਆਪਾਂ ਕੈਲੀਫੋਰਨੀਆ ਤੋਂ ਗੱਲਬਾਤ ਕਰ ਰਹੇ ਆ। ਪਿਛਲਾ ਜਿਹੜਾ ਆਪਣੇ ਸਿਆਲ ਆ, ਮੀਂਹ ਵਾਲੇ ਰਹੇ ਆ, ਕਿੰਨੀਆਂ ਐਟਮੋਸਫੇਰਿਕ ਰਿਵਰ ਆਈਆਂ। ਇੰਨੀ ਤੇ ਮੈਨੂੰ ਲੱਗਦਾ ਬੰਦਾ ਨੂੰ ਕਦੀ ਲਾਟਰੀ ਨਹੀਂ ਲੱਗਦੀ, ਜਾਂ ਕਹਿ ਲਓ ਵੀ ਇੰਨੀ ਤੇ ਬੰਦਾ ਗੈਸ ਸਟੇਸ਼ਨ ਤੇ ਨਹੀਂ ਜਾਂਦਾ। ਮਹੀਨੇ 'ਚ ਜਿੰਨੀ ਵਾਰੀ ਐਟਮੋਸਫੇਰਿਕ ਰਿਵਰਾਂ ਜਿਹੜੀਆਂ ਆਪਾਂ ਨੂੰ ਇੱਥੇ ਆਈਆਂ, ਉਹਦੇ ਨਾਲ ਕਿੰਨਾ ਜਿਹੜਾ ਉਹ ਅਸਰ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਫਰਕ ਤਾਂ ਪੈ ਰਿਹਾ, ਕੋਈ ਮੰਨ ਰਿਹਾ, ਕੋਈ ਨਹੀਂ ਮੰਨ ਰਿਹਾ। ਇਹਨੂੰ ਆਪਾਂ ਇੱਕ ਸਿਆਸੀ ਬਹਿਸ ਦੇ ਵਿੱਚ ਵੀ ਆਪਾਂ ਲੈ ਗਏ ਆ, ਪਰ ਆਪਣੇ ਕੋਲ ਪਲਾਨ ਹੈ ਨਹੀਂ ਕੋਈ ਹੋਰ। ਆਪਾਂ ਇਸ ਟਾਈਮ ਜੇ ਦੇਖੀਏ ਵੀ ਕੀ ਇਸ ਦੇ ਵਿੱਚ ਕਰਨਾ ਹੈ, ਪਲਾਨ ਤੋਂ ਭਾਵ ਵੀ ਅਰਥ ਤੋਂ ਇਲਾਵਾ ਆਪਣੇ ਕੋਲ ਕੋਈ ਹੋਰ ਥਾਂ ਰਹਿਣ ਵਾਲੀ ਨਹੀਂ। ਸੋ ਜ਼ਰੂਰ ਆਪਾਂ ਨੂੰ ਇਸ ਦੇ ਪ੍ਰਤੀ ਸਹਿਰਤਾ ਨਾਲ ਕੰਮ ਕਰਨਾ ਪੈਣਾ। ਤੇ ਇਹਦੇ ਵਿੱਚ ਹੋਰ ਅੱਗੇ ਜਾਂਦੇ ਹੋਏ ਹਰਵਿੰਦਰ ਦੱਸੋ ਵੀ ਫਿਰ ਇਹਦੇ ਕਾਰਨਾਂ ਦੇ ਵਿੱਚ ਹੋਰ ਕੀ ਕੀ ਆਉਂਦਾ? ਜੀ ਆਪਾਂ ਜਿੱਦਾਂ ਤੁਸੀਂ ਕੁਛ ਚੀਜ਼ਾਂ ਆਲਰੇਡੀ ਕਵਰ ਕਰ ਲਈਆਂ ਤੇ ਉਹਦੇ ਵਿੱਚ ਇਹ ਵੀ ਮੈਂ ਦੱਸ ਦੇਵਾਂ ਕਿ ਜਿਹੜੇ ਸੋਕੇ ਵੱਧ ਤੋਂ ਵੱਧ ਆਉਣ ਦੇ ਉੱਤੇ ਤੇ ਪਾਣੀ ਉੱਤੇ ਦਾ ਬਹੁਤ ਇੰਪੈਕਟ ਪੈਂਦਾ। ਪਾਣੀ ਉੱਤੇ ਦਾ ਇੰਪੈਕਟ ਦਾ ਇੱਕ ਕਾਰਨ ਇਹ ਵੀ ਆ ਕਿਉਂਕਿ ਪਾਣੀ ਸਾਨੂੰ ਸਾਰਿਆਂ ਨੂੰ ਪਤਾ ਨਾ ਕਿ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ, ਹੈ ਨਾ ਜੀ। ਸੋ ਉਹਦੇ ਅਨੁਸਾਰ ਇਹ ਆ ਕਿ ਜੇ ਪੀਣ ਵਾਲਾ ਪਾਣੀ ਜਿਹੜਾ ਉਹੀ ਨਹੀਂ ਰਹੇਗਾ,
ਜਿਹੜਾ ਕਿ ਇਸ ਨੇ ਬਹੁਤ ਇੰਪੈਕਟ ਕਰਨਾ ਤੇ ਉੱਥੇ ਜਿਹੜਾ ਜੀਵ ਜੰਤੂ ਆ ਜਾਂ ਲੋਕ ਆ ਉਹਨਾਂ ਦਾ ਪਲਾਇਨ ਹੋਣਾ ਸ਼ੁਰੂ ਹੋ ਜਾਊਗਾ ਉਸ ਖਿੱਤੇ ਵਿੱਚੋਂ। ਸੋ ਉਹਦੇ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗੇ ਕਿ ਕਿਹੜਾ ਜਿਹੜਾ ਏਰੀਆ ਉਹ ਜ਼ਿਆਦਾ ਇੰਪੈਕਟ ਹੋਏਗਾ, ਕਿਹੜਾ ਜਿਹੜਾ ਘੱਟ ਇੰਪੈਕਟ ਹੋਏਗਾ, ਹੈ ਨਾ। ਸੋ ਉਹ ਤੋਂ ਅਲੱਗਾ ਜੇ ਤੁਸੀਂ ਕਾਰਨ ਦੀ ਗੱਲ ਕਰਦੇ ਹੋ ਤੇ ਆਪਾਂ ਉਹਦੀ ਡਿਟੇਲ ਦੇ ਵਿੱਚ ਜਾਂਦੇ ਆ। ਉਹਦੇ ਵਿੱਚ ਮੇਰੇ ਕੋਲ ਕੁਛ ਨਾ ਅਮਰੀਕਾ ਦੀ ਜਿਹੜੀ ਏਜੰਸੀ ਆ, ਇਹਨੂੰ EPA ਉਹਨੂੰ ਕਹਿੰਦੇ ਆ, এনवायरमेंटल ਪ੍ਰੋਟੈਕਸ਼ਨ ਏਜੰਸੀ, ਉਹਦਾ ਡੇਟਾ ਮੈਂ ਰਿਸਰਚ ਕਰਦਾ ਸੀ ਆਪਣੇ ਟਾਕ ਸ਼ੋਅ ਤੋਂ ਪਹਿਲਾਂ। ਸੋ ਉਹਦੇ ਵਿੱਚ ਉਹਨਾਂ ਕਿਹਾ ਕਿ ਆਲਮੀ ਤਪਸ਼ ਸਾਨੂੰ ਪਤਾ ਵੀ ਇਹਨਾਂ ਕੁਝ ਗੈਸਿਸ ਕਰਕੇ ਹੁੰਦੀ, ਜਿਹੜੇ ਜ਼ਿਆਦਾ ਅਬਜ਼ੌਰਬ ਗਰਮੀ ਨੂੰ ਕਰਦੀਆਂ, ਤਪਸ਼ ਨੂੰ ਜ਼ਿਆਦਾ ਕਰਦੀਆਂ, ਉਹਨਾਂ ਨੂੰ ਗ੍ਰੀਨ ਹਾਊਸਿਸ ਗੈਸਿਸ ਕਹਿੰਦੇ ਆ ਨਾ। ਸੋ ਉਹਦਾ ਜਿਹੜਾ ਅਮਰੀਕਾ ਦਾ ਉਹਨਾਂ ਜਿਹੜਾ ਆਮ ਤੌਰ ਦੇ ਉੱਤੇ, ਵੈਸੇ ਤਾਂ ਪੂਰੀ ਦੁਨੀਆ ਵਿੱਚ ਇਹ ਚੀਜ਼ ਹੈ, ਪਰ ਉਹਨਾਂ ਡੇਟਾ ਅਮਰੀਕਾ ਦਾ ਕੱਢਿਆ ਕਿ ਅਮਰੀਕਾ ਦੇ ਵਿੱਚ ਜਿਹੜੀ ਇਹ ਗ੍ਰੀਨ ਹਾਊਸ ਗੈਸਿਸ ਆਉਂਦੀਆਂ ਹਨ, ਜਿਹੜੀ ਕਿ ਆਲਮੀ ਤਪਸ਼ ਨੂੰ ਵਧਾਉਂਦੀਆਂ, ਉਹਦਾ ਜਿਹੜਾ ਮੁੱਖ ਸਰੋਤ ਆ ਉਹ ਸਭ ਤੋਂ ਵੱਡਾ ਹੈਗਾ ਟਰਾਂਸਪੋਰਟੇਸ਼ਨ, ਹੈ ਨਾ। ਸੋ ਇਹਦੇ ਬਾਰੇ ਆਪਾਂ ਟਰਾਂਸਪੋਰਟੇਸ਼ਨ ਜਿਹਦੇ ਵਿੱਚ ਆਪਣੀਆਂ ਬੱਸਾਂ ਹੋ ਗਈਆਂ, ਆਪਣੀਆਂ ਕਾਰਾਂ ਹੋ ਗਈਆਂ, ਜਿਹੜੇ ਸਮੁੰਦਰ ਵਿੱਚ ਚੱਲਦੇ ਸ਼ਿਪ ਉਹ ਹੋ ਗਏ, ਹਵਾਈ ਜਹਾਜ਼ ਹੋ ਗਏ, ਹੈ ਨਾ। ਸਭ ਤੋਂ ਵੱਡਾ 28% ਜਿਹੜਾ ਹਿੱਸਾ ਵਾ ਉਹ ਟਰਾਂਸਪੋਰਟੇਸ਼ਨ ਦੇ ਉੱਤੇ ਆ। ਤੇ ਰਾਜਕਰਨ ਇਹ ਇਸ ਲਈ ਵੀ ਇਹ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਪੋਲੀਟਿਕਸ ਐਂਡ ਪਾਲਿਸੀਜ਼ ਦੀ, ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਵੱਡੀ ਚੀਜ਼ ਐਡਰੈਸ ਕਰਦੇ ਆ ਉਹ ਹੈਗੀ ਆ ਟਰਾਂਸਪੋਰਟੇਸ਼ਨ। ਹੁਣ ਟੈਸਲਾ ਜਾਂ ਹੋਰ ਇਲੈਕਟ੍ਰਿਕ ਕਾਰਾਂ ਦਾ ਵੀ ਅੱਜ ਕੱਲ੍ਹ ਜ਼ੋਰ ਆ, ਕੈਲੀਫੋਰਨੀਆ ਦੇ ਕੁਛ ਐਮਿਸ਼ਨਸ ਰਿਕੁਆਇਰਮੈਂਟ ਹੈਗੀਆਂ 2030 2035 ਤੱਕ, ਹੈ ਨਾ। ਸੋ ਉਹ ਸਾਰੀ ਇਸ ਪਾਲਿਸੀਜ਼ ਦੇ ਅਧੀਨ ਆਉਂਦੀ ਆ। ਨੰਬਰ 2 ਦੇ ਉੱਤੇ ਅਸੀਂ ਗੱਲ ਕਰੀਏ ਤੇ ਤੁਸੀਂ ਕੋਲੇ ਦੀ ਗੱਲ ਕੀਤੀ ਨਾ, 1870 ਵਿੱਚ ਕੋਲੇ ਬੇਸ ਇਲੈਕਟ੍ਰਿਸਿਟੀ ਜਨਰੇਸ਼ਨ ਹੋਈ। ਤੇ ਅੱਜ ਵੀ ਮੈਂ ਦੱਸਦਾ ਕਿ ਅਮਰੀਕਾ ਵਰਗੇ ਵਿਕਸਿਤ ਮੁਲਕ ਦੇ ਵਿੱਚ ਅੱਜ ਵੀ ਜਿਹੜੀ ਇਲੈਕਟ੍ਰਿਕ ਪਾਵਰ ਆ ਉਹ ਕਾਫੀ ਹੱਦ ਤੱਕ ਡਿਪੈਂਡੈਂਸੀ ਕੋਲੇ ਦੇ ਉੱਪਰ ਆ। ਸੋ ਉਹ ਦੂਜੇ ਨੰਬਰ ਦੇ ਉੱਤੇ 25% ਦੀ ਕੰਟਰੀਬਿਊਸ਼ਨ ਉਹਦੀ ਆ। ਤੀਸਰੇ ਨੰਬਰ ਦੇ ਉੱਤੇ ਇੰਡਸਟਰੀ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ, ਹੈ ਨਾ। ਇੰਡਸਟਰੀ ਦੇ ਵਿੱਚ ਮੈਂ ਰਾਜਕਰਨ ਮੈਂ ਥੋੜਾ ਡੇਟਾ ਤੁਹਾਡੇ ਸਾਰਿਆਂ ਦੇ ਲਈ ਦੱਸ ਦਿੰਦਾ ਕਿ ਇੰਡਸਟਰੀ ਦਾ ਜਿਹੜਾ ਮੈਂ ਮਾਫੀ ਚਾਹੁੰਦਾ, ਚਲੋ ਹਾਂ, ਇੰਡਸਟਰੀ ਦਾ ਵੀ ਡੇਟਾ ਨਾ, ਉਹਦੇ ਵਿੱਚ ਵੀ ਅਸੀਂ ਇਹ ਦੇਖੀਏ ਕਿ ਇੰਡਸਟਰੀ ਨੂੰ ਚਲਾਉਣ ਦੇ ਲਈ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਆ। ਇਲੈਕਟ੍ਰਿਸਿਟੀ, ਹੈ ਨਾ। ਇਲੈਕਟ੍ਰਿਸਿਟੀ ਕਰਕੇ ਇਲੈਕਟ੍ਰਿਸਿਟੀ ਦੀ ਜਿਹੜੀ ਓਰੀਜਨ ਆ ਫਿਰ ਵੀ ਕੋਲ ਬੇਸਡ ਆ। ਉਹਦੇ ਤੋਂ ਬਾਅਦ ਜਿਹੜੇ ਉਹਨਾਂ ਦੇ ਆਪਣੇ ਮਿਸ਼ਨ ਹੁੰਦੇ ਆ, ਜਿਹੜੇ ਕੈਮੀਕਲ ਜਾਂ ਹੋਰ ਚੀਜ਼ਾਂ ਇਦਾਂ ਦੀਆਂ ਜੀ, ਉਹਦੇ ਉੱਤੇ ਉਹਨਾਂ ਦੇ ਡਾਇਰੈਕਟ ਐਮਿਸ਼ਨ, ਇਹ ਤਾਂ ਹੋ ਗਏ ਉਹਨਾਂ ਦੇ ਡਾਇਰੈਕਟ ਐਮਿਸ਼ਨ। ਹੁਣ ਜਿਹੜੇ ਇਨਡਾਇਰੈਕਟ ਐਮਿਸ਼ਨਸ ਵੀ ਹੁੰਦੇ ਆ, ਸੋ ਉਹਨਾਂ ਦੀ ਜਿਹੜੀ ਬਿਲਡਿੰਗ ਆ, ਮਸ਼ੀਨਰੀ ਆ ਜਿਹੜੀ ਬਣਦੀ ਆ, ਤੇ ਜਿਹੜੇ ਉਹਨਾਂ ਦੇ ਬਿਲਡਿੰਗ ਜਿਹੜੀ ਆਪਣੇ ਆਪ ਦੇ ਵਿੱਚ ਕੋਈ ਜਦੋਂ ਤੁਸੀਂ ਬਣਾਉਂਦੇ ਹੋ, ਜਿਹੜਾ ਬਿਲਡਿੰਗ ਮਟੀਰੀਅਲ ਹੁੰਦਾ ਉਹ ਵੀ ਕਾਰਬਨ ਬਹੁਤ ਉਹਦਾ ਫੁੱਟਪ੍ਰਿੰਟ ਜ਼ਿਆਦਾ ਹੁੰਦਾ ਜੀ। ਉਹ ਤੋਂ ਬਾਅਦ ਪਲਾਸਟਿਕ ਦੀ ਪ੍ਰੋਡਕਸ਼ਨ ਹੁੰਦੀ ਆ, ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਪੈਟਰੋਲੀਅਮ ਬੇਸਡ ਪ੍ਰੋਡਕਟਸ ਬਣਦੇ ਹਨ, ਕਈ ਕੁਛ ਜਿਹੜੀ ਇਸ ਚੀਜ਼ ਨੂੰ ਕੰਟਰੀਬਿਊਟ ਕਰਦੀ ਆ ਜੀ। ਫੋਸਿਲ ਫਿਊਲ ਇੰਡਸਟਰੀ ਜਿਹੜੀ ਕਹਿ ਸਕਦੇ ਹਾਂ ਵੀ ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਕਾਰਨ ਆ ਜਾਂਦੀ, ਉਸ ਤੋਂ ਅੱਗੇ ਚੀਜ਼ਾਂ ਚੱਲਦੀਆਂ, ਚਾਹੇ ਪੈਟਰੋਲ ਆ, ਡੀਜ਼ਲ ਆ, ਇਹ ਸਾਰੇ ਫੋਸਿਲ ਫਿਊਲਸ ਆ। ਇਹਨਾਂ ਦੀ ਵਰਤੋਂ, ਇਹਦੇ ਤੇ ਡਿਪੈਂਡੈਂਸੀਜ਼ ਇੰਨੀਆਂ ਜ਼ਿਆਦਾ ਜਿਹੜੀਆਂ ਹੋ ਚੁੱਕੀਆਂ ਵੀ ਹੁਣ ਉਹ ਫਰਕ ਜਿਹੜਾ ਆਪਾਂ ਨੂੰ ਜਿਹੜਾ ਉਹ ਆ ਰਿਹਾ ਆ। ਪਹਿਲੋਂ ਵੀ ਜਿੱਦਾਂ ਕਿਹਾ ਵੀ ਕੋਈ ਮੰਨੇ ਨਾ ਮੰਨੇ, ਪਰ ਫਰਕ ਤਾਂ ਡੈਫੀਨੇਟਲੀ ਹੈਗਾ ਆ। ਇੱਦਾਂ ਦੇ ਔੜ ਨਹੀਂ ਸੀ ਪੈਂਦੇ, ਇੱਦਾਂ ਦੇ ਫਲੱਡ ਨਹੀਂ ਸੀ ਆਉਂਦੇ, ਕਿੰਨੇ ਹਰੀਕੇਨ ਆ ਰਹੇ ਆ, ਕਿੰਨੇ ਟੋਰਨੇਡੋਜ਼, ਇਹ ਸਾਰੀਆਂ ਚੀਜ਼ਾਂ ਪਹਿਲਾਂ ਦੇ ਨਾਲੋਂ ਬਹੁਤ ਤੇਜ਼ੀ ਦੇ ਨਾਲ ਐਕਸਟ੍ਰੀਮ ਜਿਹੜਾ ਹੋ ਰਿਹਾ ਹੈ। ਸੋ ਬਾਕੀ 2 ਕਾਰਨਾਂ ਦੀ ਵੀ ਆਪਾਂ ਗੱਲ ਕਰ ਲਈਏ ਤੇ ਇੰਡਸਟਰੀ 23% ਤੇ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਉਹ 13% ਕੰਟਰੀਬਿਊਟ ਕਰਦੀ ਆ। ਉਹਦੇ ਵਿੱਚ ਵੀ 2 ਚੀਜ਼ਾਂ ਡਾਇਰੈਕਟ ਤੇ ਇਹ ਆ ਕਿ ਜਦੋਂ ਆਪਾਂ ਘਰਾਂ ਦੇ ਵਿੱਚ ਇਲੈਕਟ੍ਰਿਸਿਟੀ ਫਿਰ ਵਰਤਦੇ ਹਾਂ। ਇਨਡਾਇਰੈਕਟ ਇਹ ਹੁੰਦਾ ਕਿ ਜੋ ਅਸੀਂ ਘਰਾਂ ਦੇ ਵਿੱਚ ਚੀਜ਼ਾਂ ਵਰਤਦੇ ਹਾਂ, ਪਲਾਸਟਿਕ ਹੁੰਦੀ ਆ ਜਾਂ ਘਰਾਂ ਦੀ ਵੇਸਟ ਆਉਂਦੀ ਆ, ਹੈ ਨਾ, ਉਹ ਸਾਰੀ ਚੀਜ਼ਾਂ ਨੂੰ ਕੰਟਰੀਬਿਊਟ ਕਰਦੀ ਆ। ਜਾਂ ਬਿਲਡਿੰਗ ਜਦੋਂ ਘਰ ਦੀ ਤੁਸੀਂ ਬਣਾਉਂਦੇ ਆ। ਤੇ ਅਖੀਰਲਾ ਹੈਗਾ, ਸਾਰੇ ਹੈਰਾਨ ਹੋਣਗੇ, ਪਰ ਉਹ ਹੈ ਕਿ ਐਗਰੀਕਲਚਰ ਵੀ 10% ਜਿਹੜਾ ਕੰਟਰੀਬਿਊਟ ਕਰਦੀ ਆ। ਉਹ ਸਾਰੇ ਜਾਣੇ ਕਹਿਣਗੇ ਵੀ ਐਗਰੀਕਲਚਰ ਕਿੱਦਾਂ ਕਰਦੀ ਆ। ਆਮ ਤੌਰ ਤੇ ਐਗਰੀਕਲਚਰ ਦੇ ਵਿੱਚ ਹਰੇਕ ਖੇਤ ਹੁੰਦੇ ਆ, ਹੈ ਨਾ, ਉਹਨਾਂ ਨੂੰ ਤਾਂ ਉਹ ਕਿੱਦਾਂ ਕਰ ਸਕਦੇ ਆ। ਹਾਂਜੀ, ਪਰ ਜਿੱਦਾਂ ਪਰ ਮੈਂ ਪਹਿਲਾਂ ਗੱਲ ਕੀਤੀ ਨਾ, ਜਿਹੜੀ ਖੇਤੀ ਉਹ ਕੁਦਰਤੀ ਨਹੀਂ ਰਹੀ, ਹੈ ਨਾ। ਇਹਦੇ ਵਿੱਚ ਖਾਸ ਤੌਰ ਦੇ ਉੱਤੇ ਆਪਾਂ ਜਦੋਂ ਰੇਹਾਂ ਵਰਤਦੇ ਆ, ਖਾਦਾਂ ਵਰਤਦੇ ਆ, ਤੇ ਉਹਦੇ ਵਿੱਚ ਜਿਹੜੀ ਖਾਦਾਂ ਹੁੰਦੀਆਂ ਨਾਈਟਰਸ ਬੇਸਡ ਕਾਫੀ ਹੁੰਦੀਆਂ, N2O, ਹੈ ਨਾ। ਤੇ ਉਹ ਜਿਹੜੀ ਨਾਈਟਰਸ ਆਕਸਾਈਡ ਹੁੰਦੀ ਆ, N2O ਜਿਹਦਾ,
ਵਰਡ ਆ ਤੇ ਉਹ ਕਾਫੀ ਇਸ ਨੂੰ ਮਿਸ਼ਨ ਨੂੰ ਕਰਦੀ ਆ। ਜੀ ਨੰਬਰ 2 ਇਸ ਦੇ ਉੱਤੇ ਆ ਕਿ ਜਿਹੜੀ ਲਾਈਵ ਸਟਾਕ ਹੁੰਦੀ ਆ, ਲਾਈਵ ਹੂੰ, ਸਟਾਕ ਕਹਿਣ ਦਾ ਭਾਵ ਕਿ ਜਿਹੜੇ ਗਾਈਆਂ, ਗਾਵਾਂ ਜਿਹੜੀਆਂ ਆ ਗਾਵਾਂ, ਮੱਝਾਂ ਹਨਾ। ਸੋ ਹੂੰ, ਇੱਕ ਤਾਂ ਉਹ ਮੀਥੇਨ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਹੁੰਦੀ ਆ ਤੇ ਹੂੰ, ਮੀਥੇਨ ਵੀ ਇੱਕ ਵੱਡੀ ਗ੍ਰੀਨ ਹਾਊਸ ਚੀਜ਼ ਹੈ, ਗੈਸ ਆ। ਹੂੰ, ਗ੍ਰੀਨ ਹਾਊਸ ਗੈਸ ਆ ਜੀ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਤੇ ਇਹਦੇ ਵਿੱਚ ਹੁਣ ਦੇਖੀਏ ਵੀ ਅੱਗੇ ਕਿੱਦਾਂ ਜਿਹੜਾ ਉਹ ਹੋਊਗਾ ਇੰਪੈਕਟ। ਜਿਹੜੇ ਦੇਖੋ ਇਹ ਨੰਬਰਸ ਆਪਾਂ ਜਿਹੜੇ ਤੁਹਾਡੇ ਨਾਲ ਦੇਖੇ ਆ ਅੱਜ ਦੇ ਮੌਕੇ ਦੇ ਉੱਤੇ ਕਲਾਈਮੇਟ ਚੇਂਜ ਤੋਂ ਪ੍ਰਭਾਵ ਤੋਂ ਬਚਿਆ ਤਾਂ ਸ਼ਾਇਦ ਨਹੀਂ ਜਾ ਸਕਦਾ, ਕਿਤੇ ਵੱਧ ਹੋ ਸਕਦਾ, ਕਿਤੇ ਘੱਟ ਹੋ ਸਕਦਾ। ਜੇ ਆਪਾਂ ਯੂਐਸ ਦੇ ਵਿੱਚ ਦੇਖੀਏ ਤਾਂ ਕਿੱਥੇ ਵੱਧ ਪ੍ਰਭਾਵ ਨਜ਼ਰ ਆ ਰਹੇ ਆ ਤੇ ਕਿਹੜੀਆਂ ਇਸ ਦੇ ਮੁਤਾਬਕ ਕਿਹੜੀਆਂ ਬੈਸਟ ਤੇ ਵਰਸਟ ਸਟੇਟਸ ਆ? ਹਾਂਜੀ। ਸੋ ਰਾਜ ਕਰਨਾ ਪਏ ਦੱਸ ਦਈਏ ਕਿ ਦੇਖੋ ਕਲਾਈਮੇਟ ਚੇਂਜ ਦਾ ਜਿਹੜਾ ਇੰਪੈਕਟ ਹੈ, ਜਿੱਦਾਂ ਤੁਸੀਂ ਕਿਹਾ ਵੀ ਇਹ ਤਾਂ ਸਾਰਿਆਂ ਨੂੰ ਹੀ ਹੋਣਾ ਵਾ, ਹੈ ਨਾ। ਹੂੰ, ਹੂੰ, ਤੇ ਤੁਹਾਨੂੰ ਮੈਂ ਇਹ ਦੱਸਦਾ ਕਿ ਜਿਹੜੀ ਅਮਰੀਕਾ ਦੀਆਂ ਕੁਛ ਸਟੇਟਸ ਆ, ਹੈ ਨਾ, ਯੂਐਸ ਦੀਆਂ, ਉਹਨਾਂ ਨੇ ਆਲਰੇਡੀ, ਖਾਸ ਤੌਰ ਤੇ ਜਿਹੜੇ ਲਿਬਰਲ ਸਟੇਟਸ, ਉਹਨਾਂ ਨੇ ਆਲਰੇਡੀ ਇਹਦਾ ਜਿਹੜਾ ਡੇਟਾ ਉਹ ਪਬਲਿਸ਼ ਕਰਨਾ ਸ਼ੁਰੂ ਕਰ ਦਿੱਤਾ, ਹੈ ਨਾ। ਤੇ ਅਸੀਂ ਉਹਦੇ ਲਈ ਕੀ ਕਰਨਾ, ਹੂੰ, ਆਪਾਂ ਕੁਛ ਫੈਕਟਰ ਨੂੰ ਮੈਂ ਦੁਬਾਰਾ ਰਿਪੀਟ ਕਰਦਾ, ਉਹਦੇ ਨਾਲ ਸਾਨੂੰ ਸਮਝ ਆ ਜਾਣਗੀ ਕਿ ਕੁਛ ਜਿਹੜੀਆਂ ਸਟੇਟਸ ਆ ਉਹ ਜ਼ਿਆਦਾ ਇੰਪੈਕਟਡ ਕਿਉਂ ਆ। ਦੇਖੋ ਜਦੋਂ ਆਲਮੀ ਤਪਸ਼ ਵੱਧਦੀ ਆ, ਉਹਦੇ ਕਰਕੇ ਜਿਹੜੀ ਪੋਲਰ ਆਈਸ ਆ, ਹੈ ਨਾ, ਪੋਲਸ ਦੇ ਉੱਤੇ ਆਈਸ ਆ, ਉਹ ਜਿਹੜੀ ਉਹ ਬਹੁਤ ਜ਼ਿਆਦਾ ਗਿਣਤੀ ਵਿੱਚ ਘਟਦੀ ਪਈ ਆ। ਹੂੰ, ਉਹਦੇ ਕਰਕੇ ਜਿਹੜਾ ਦੁਨੀਆ ਭਰ ਦੇ ਸਮੁੰਦਰ ਦਾ ਜਿਹੜਾ ਸਮੁੰਦਰ ਦਾ ਜਿਹੜਾ ਲੈਵਲ ਲੈਵਲ ਵਧਦਾ ਪਿਆ। ਸੋ ਇਹਦਾ ਮਤਲਬ ਜਿਹੜੇ ਕੋਸਟਲ ਏਰੀਆਜ਼ ਆ ਉਹਨਾਂ ਤੇ ਜ਼ਿਆਦਾ ਇੰਪੈਕਟ ਹੋ ਰਿਹਾ, ਹੈ ਨਾ। ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਅਮਰੀਕਾ ਦੀ ਸਭ ਤੋਂ ਵੱਧ ਵਲਨਰੇਬਲ ਸਟੇਟਸ ਉਹ ਕਿਹੜੀਆਂ, ਨੰਬਰ 1 ਦੇ ਉੱਤੇ ਫਲੋਰੀਡਾ, ਦੋ ਪਾਸਿਆਂ ਤੋਂ। ਇੱਕ ਤੇ ਉਹਦਾ ਕਾਰਨ ਇਹ ਹੈ ਕਿ ਉਹਦਾ ਸਮੁੰਦਰ ਦਾ ਲੈਵਲ ਵੱਧਦਾ ਪਿਆ, ਤੇ ਨੰਬਰ 2 ਦੇ ਉੱਤੇ ਉਹਦਾ ਕਾਰਨ ਇਹ ਹੈ, ਜਿੱਦਾਂ ਜਿਹੜੀ ਤੁਸੀਂ ਪਹਿਲਾਂ ਕੀਤੀ, ਕਿ ਜਿਹੜੇ ਸਟੋਰਮ ਆ ਰਹੇ, ਹਰੀਕੇਨਸ ਆ ਰਹੇ, ਉਹ ਫਲੋਰੀਡਾ ਨੂੰ ਬਹੁਤ ਇੰਪੈਕਟ ਕਰਦੇ, ਕਿਉਂਕਿ ਸਭ ਤੋਂ ਵੱਧ ਗਲਫ ਆਫ ਮੈਕਸੀਕੋ ਦੇ ਵਿੱਚ ਬਣਦੇ ਆ। ਸੋ ਦੋਨੋਂ ਪਾਸਿਓਂ ਫਲੋਰੀਡਾ ਨੂੰ ਮਾਰ ਪੈਂਦੀ ਆ। ਤੇ ਉਹਦੇ ਵਿੱਚ ਇਹ ਪ੍ਰੈਡਿਕਟ ਕੀਤਾ ਜਾ ਰਿਹਾ ਕਿ ਜਿਹੜੀਆਂ ਲੈਂਡਮਾਰਕ ਬੀਚਿਸ, ਜਿੱਦਾਂ ਮਿਆਮੀ ਬੀਚ ਵਗੈਰਾ, ਹੈ ਨਾ, ਤੇ ਉਹ ਅਗਲੇ ਸਿਰਫ 3 ਡੈਕੇਡਸ ਦੇ ਵਿੱਚ, 30 ਸਾਲਾਂ ਦੇ ਵਿੱਚ ਉਹਦਾ ਕਾਫੀ ਹਿੱਸਾ ਜਿਹੜਾ ਉਹ ਡੁੱਬ ਜੂਗਾ, ਮਿਆਮੀ ਵਰਗੇ ਸ਼ਹਿਰਾਂ ਦਾ। ਤੁਸੀਂ ਇਹ ਵੇਖੋ ਕਿ ਇੰਪੈਕਟ ਕਿੱਦਾਂ ਡਰਸਟਿਕ ਆ। ਅੱਗੇ ਅਸੀਂ ਜਾਣਦੇ ਹਾਂ ਤੇ ਨੰਬਰ 2 ਦੇ ਉੱਤੇ ਜਿਹੜੀ ਇੰਪੈਕਟਡ ਸਟੇਟ ਆ ਉਹ ਸਾਡੀ ਸਟੇਟ ਕੈਲੀਫੋਰਨੀਆ, ਉਹ ਵੀ ਸਿਮਿਲਰ ਹੀ ਕਾਰਨ ਆ। ਇੱਕ ਤਾਂ ਚਲੋ ਜਿਹੜੇ ਬੀਚਿਸ ਆ, ਹੈ ਨਾ, ਉਹਦੇ ਬਾਰੇ, ਸਮੁੰਦਰ ਦੇ ਲੈਵਲ। ਨੰਬਰ 2 ਦੇ ਉੱਤੇ ਵਾਈਲਡ ਫਾਇਰਸ, ਅਸੀਂ ਦੇਖਿਆ ਇਹ 2022 ਚ ਕਿੰਨੀਆਂ ਹੋਈਆਂ, ਹੈ ਨਾ, ਅਨਪ੍ਰੈਡਿਕਟੇਬਲ ਜਿਹੜੇ ਵੈਦਰ ਪੈਟਰਨ ਹੋ ਰਹੇ ਆ। ਸੋ ਇਹਦੇ ਕਰਕੇ ਹੀ ਜਿਹੜਾ ਕੈਲੀਫੋਰਨੀਆ, ਮੀਂਹ ਇੰਨੇ ਪਏ, ਵੈਜੀਟੇਸ਼ਨ ਇੰਨੀ ਹੋ ਗਈ, ਕਾਬੂ ਹੋਣੀ ਨਹੀਂ, ਤੇ ਇੱਕ ਜਿਹੜੀ ਚੰਗਿਆੜੀ ਆ ਉਹਨੇ ਬਸ ਤੁਹਾਨੂੰ ਪਤਾ ਜੰਗਲ ਚ ਅੱਗ ਵਾਂਗੂ ਫੈਲਣਾ। ਆ ਕੈਨੇਡਾ ਦਾ ਹਾਲ ਆਪਾਂ ਦੇਖ ਹੀ ਰਹੇ ਹਾਂ ਜੀ ਬਿਲਕੁਲ, ਵੀ ਕਿੰਨੀਆਂ ਸੈਂਕੜੇ ਅੱਗਾਂ ਜਿਹੜੀਆਂ ਉਹ ਲੱਗੀਆਂ ਪਈਆਂ, ਉਹਦੇ ਨਾਲ ਕਿੰਨੇ ਥਾਵਾਂ ਦੇ ਉੱਤੇ ਕਿਉਂਕਿ ਹੁਣ ਅੱਗ ਆ, ਧੂੰਆਂ ਹੈ, ਉਹ ਤਾਂ ਲਿਮਿਟਿਡ ਨਹੀਂ ਨਾ, ਉਹ ਤਾਂ ਸਾਰੇ ਪਾਸੇ ਉਹਨੇ ਜਾ ਤਾਂ ਸਾਰੀ ਜਗ੍ਹਾ ਹੀ ਜਾਣਾ। ਕੈਲੀਫੋਰਨੀਆ ਦਾ ਧੂੰਆਂ ਕਿੰਨਾ ਸਿਆਰਾ ਨਵਾਡਾਸ ਨੂੰ ਪਾਰ ਕਰਕੇ ਦੂਜੇ ਸੂਬਿਆਂ 'ਚ ਜਿਹੜਾ ਉਹ ਜਾ ਰਿਹਾ ਸੀ, ਉਹਦਾ ਅਸਰ ਜਿਹੜਾ ਉਹ ਆਪਾਂ ਦੇਖਦੇ ਰਹੇ ਹਾਂ। ਬਹੁਤ 2 ਸਾਰੀਆਂ ਹਫ਼ਤੇ ਪਹਿਲਾਂ ਜੀ, 2 ਹਫ਼ਤੇ ਪਹਿਲਾਂ ਮੈਂ ਦੱਸਦਾ ਕਿ ਮੈਂ ਕੋਲੋਰਾਡੋ ਸੀ। ਕੋਲੋਰਾਡੋ ਦੇ ਵਿੱਚ ਵੀ, ਕੋਲੋਰਾਡੋ ਸਪ੍ਰਿੰਗਸ ਏਰੀਆ ਦੇ ਵਿੱਚ ਇੰਨਾ ਜ਼ਿਆਦਾ ਧੂੰਆਂ ਸੀ ਕਿ ਪਤਾ ਲੱਗਾ ਕਿ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਦੀ ਅੱਗ ਲੱਗੀ, ਤੇ ਕਿੰਨੀਆਂ ਸਟੇਟਾਂ, ਵਾਸ਼ਿੰਗਟਨ, ਕਿੰਨੀਆਂ ਨੂੰ ਕ੍ਰਾਸ ਕਰਕੇ, ਪੂਰੇ ਇੱਕ ਪਹਾੜੀ ਖਿੱਤੇ ਨੂੰ ਕ੍ਰਾਸ ਕਰਕੇ ਤੇ ਕਿੱਥੇ ਆ ਕੇ ਪਹੁੰਚੇ, ਹਜ਼ਾਰਾਂ ਕਿਲੋਮੀਟਰ ਦੂਰ। ਸੋ ਇਹ ਸਾਰੇ ਨੂੰ ਇੰਪੈਕਟ ਕਰਦੇ। ਅਸੀਂ ਗੱਲ ਕਰਦੇ ਤੀਸਰੀ ਸਟੇਟ ਤੇ ਲੂਜ਼ੀਆਨਾ ਦੇ ਵਿੱਚ ਵੀ ਸੇਮ ਚੀਜ਼ ਆ, ਕਿਉਂਕਿ ਕੋਸਟਲ ਆ। ਫਿਰ ਆ ਗਿਆ ਸਦਰਨ ਕੈਰੋਲਾਈਨਾ ਤੇ ਟੈਕਸਸ। ਇਹ ਟਾਪ 5 ਸਟੇਟ ਆ ਜਿਹੜੇ ਸਭ ਤੋਂ ਵੱਧ ਇੰਪੈਕਟ ਹੋਣਗੀਆਂ। ਆਪਾਂ ਟੈਕਸਸ ਦੀ ਵੀ ਗੱਲ ਦੇਖ ਲਈ ਕਿ ਉੱਥੇ ਵੀ ਆਪਾਂ ਸਨੋਫਾਲ ਦੇਖ ਲਈ, ਹੈ ਨਾ, ਹੁੰਦੀ ਤੇ ਚਲੋ ਪਹਿਲਾਂ, ਪਰ ਕਿੰਨੀ ਜ਼ਿਆਦਾ ਡਰਾਸਟਿਕ। ਅੱਗੇ ਅਸੀਂ ਗੱਲ ਕਰੀਏ ਕਿ ਲੀਸਟ ਵਲਨਰੇਬਲ ਸਟੇਟਸ ਕਿਹੜੀਆਂ। ਸੋ ਉਹਦਾ ਵੀ ਇੱਕ ਮੈਂ ਕਾਰਨ ਪਹਿਲਾਂ ਦੱਸਦਾ ਕਿ ਕੁਝ ਸਟੇਟ ਆ ਜਿਨ੍ਹਾਂ ਨੇ ਆਲਰੇਡੀ ਕਾਫੀ ਇਹਦੇ ਉੱਪਰ ਕੰਮ ਕੀਤਾ ਹੋਇਆ, ਤੇ ਜਿਨ੍ਹਾਂ ਜਿਹੜੇ ਸਮੇਂ ਤੋਂ ਪਹਿਲਾਂ ਆਪਣੇ ਆਪ 'ਚ ਸੰਭਲ ਜਾਂਦੇ ਆ, ਤੇ ਉਹਨਾਂ ਦਾ ਇੱਕ ਤਾਂ ਕੁਦਰਤੀ ਕਾਰਨ ਵੀ ਹੁੰਦੇ, ਪਰ ਜਿਹੜੇ ਥੋੜਾ ਕੰਮ ਪਹਿਲਾਂ ਕਰ ਲੈਂਦੇ ਉਸ ਚੀਜ਼ ਤੋਂ ਸੰਭਲ ਜਾਂਦੇ। ਨੰਬਰ 1 ਤੇ ਵਾਸ਼ਿੰਗਟਨ ਸਟੇਟ, ਆਪਣੀ ਕੈਨੇਡਾ ਦੇ ਨਾਲ ਦੀ, ਹੈ ਨਾ। ਸੋ ਉਹਨਾਂ ਕੋਲ ਆਪਣੇ ਕਾਰਬਨ ਨਿਊਟਰੈਲਿਟੀ ਦੇ 2030 ਦੇ ਵਿੱਚ ਉਹਨਾਂ ਕੋਲ 100% ਜਿਹੜੇ ਕਾਰਬਨ ਨਿਊਟਰੈਲਿਟੀ ਉਹਨਾਂ ਕਿਹਾ ਸੀ ਅਸੀਂ ਪਹੁੰਚਾਂਗੇ। ਯਾਨੀ ਕਿ ਕਾਰਬਨ ਨਿਊਟਰੈਲਿਟੀ ਵਰਡ ਹੁੰਦਾ ਜਿਹਦੇ ਵਿੱਚ ਤੁਸੀਂ ਜਿੰਨਾ ਵੇਸਟ ਪ੍ਰੋਡਿਊਸ ਕਰ ਰਹੇ ਹੋ ਉਹਨਾਂ ਤੁਸੀਂ ਕਾਰਬਨ ਨੂੰ ਅਬਜ਼ੌਰਬ ਵੀ ਕਰ ਰਹੇ ਹੋ। ਤੇ ਨੰਬਰ 2 ਦੇ ਉੱਤੇ ਉਹਨਾਂ ਦਾ 2045 ਦੇ ਉੱਤੇ 100% ਕਲੀਨ ਐਨਰਜੀ ਦਾ ਟਾਰਗੇਟ ਆ। ਇਸੇ ਤਰੀਕੇ ਨਾਲ ਆਪਾਂ ਜੇ ਕੈਲੀਫੋਰਨੀਆ ਦੀ ਵੀ ਨਾਲ ਹੀ ਗੱਲ ਕਰ ਲਈਏ ਹਰਵਿੰਦਰ, ਵੀ ਇਹ 2035 'ਚ ਚਾਹੁੰਦੇ ਆ ਵੀ ਅਸੀਂ ਸਾਰੀਆਂ ਜ਼ੀਰੋ ਇਮਿਸ਼ਨ ਵਹੀਕਲਸ ਆ ਉਹ ਕਰ ਦੇਣੀਆਂ। ਪਰ ਉੱਥੇ ਨਾਲ ਹੀ ਦੂਜਾ ਸਵਾਲ ਇਹ ਆ ਜਾਂਦਾ ਵੀ ਬਿਜਲੀ ਪੈਦਾ ਵੀ ਕਿੱਦਾਂ ਕਰਨੀ ਆ। ਜੇ ਆਪਾਂ ਫਿਰ ਉਹ ਦੂਜੇ ਸਰੋਤਾਂ ਤੋਂ ਹੀ ਪੈਦਾ ਕੀਤੀ
ਫਿਰ ਉਹ ਕੀ ਬੈਲੈਂਸ ਬਣ ਸਕੂਗਾ, ਨੈਟ ਨਿਊਟਰੈਲਿਟੀ ਆਪਾਂ ਕਰ ਸਕਾਂਗੇ, ਸੌਰੀ ਨੈਟ ਜਿਹੜੀ ਕਲਾਈਮੇਟ ਦੀਆਂ ਕਾਰਬਨ ਨੈਟ ਨਿਊਟਰੈਲਿਟੀ ਕਾਰਬਨ ਉਹ ਨੈਟ ਨਿਊਟਰੈਲਿਟੀ ਜੀ। ਵੀ ਉਹ ਹੋ ਸਕੂਗੀ, ਉਹ ਇੱਕ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਸੋ ਜਿੰਨਾ ਤਾਂ ਬੇਸਿਕਲੀ ਇਹ ਆ ਵੀ ਕਹਿਣ ਦਾ ਮਕਸਦ ਆਪਣਾ ਇਹ ਵੀ ਜਿੰਨੇ ਸੂਬਿਆਂ ਦੇ ਵਿੱਚ ਪ੍ਰੋਐਕਟਿਵਲੀ ਇਸ ਦੇ ਉੱਤੇ ਕੰਮ ਚੱਲ ਰਿਹਾ ਆ ਤਾਂ ਉਹ ਚੰਗੀ ਗੱਲ ਆ। ਪਰ ਟੈਕਨੋਲੋਜੀ ਦੇ ਪੱਖ ਤੋਂ ਵੀ ਕਰਾਂਗੇ, ਇਹ ਨਾ ਲੱਗਣ ਲੱਗੇ ਲੋਕਾਂ ਨੂੰ ਵੀ ਇਸ ਇਕੱਲਾ ਕਲਾਈਮੇਟ ਚੇਂਜ ਨੂੰ ਉੱਦਾਂ ਹੀ ਕਰ ਰਹੇ ਆ। ਵੀ ਕਲਾਈਮੇਟ ਚੇਂਜ ਦੇ ਆਉਣ ਦੇ ਵਿੱਚ ਟੈਕਨੋਲੋਜੀ ਦਾ ਇੱਕ ਆਪਾਂ ਵੱਡਾ ਕਾਰਨ ਜਿੱਦਾਂ ਆਪਾਂ ਦੇਖਿਆ ਵੀ ਉਸ ਨੂੰ ਆਪਾਂ ਸ਼ੇਅਰ ਕਰ ਰਹੇ ਹਾਂ ਵੀ ਉਹ ਇਸ ਤਰੀਕੇ ਦੇ ਨਾਲ ਆ, ਜਿੱਥੇ ਆਪਣੇ ਜੀਵਨ ਦੇ ਵਿੱਚ ਸੁੱਖ ਆਇਆ ਉੱਥੇ ਇਹਨਾਂ ਨੇ ਚੇਂਜਿਸ ਵੀ ਜਿਹੜੀਆਂ ਇੱਕ ਇਸ ਪੱਖ ਤੋਂ ਲਿਆਂਦੀਆਂ। ਹੁਣ ਜਦੋਂ ਪਲਾਇਨ ਹੋਣਾ ਆ, ਜੇ ਪਲਾਇਨ ਹੁੰਦਾ ਆ, ਜੇ ਤੇ ਕੋਈ ਕੰਮ ਨਹੀਂ ਹੁੰਦਾ, ਲੋਕਾਂ ਨੇ ਓਬਵੀਅਸਲੀ ਜਿੱਥੇ ਜ਼ਿਆਦਾ ਰਿਸਕ ਉਹਨੂੰ ਛੱਡ ਕੇ ਹੋਰ ਥਾਵਾਂ ਦੇ ਉੱਤੇ ਜਾਣਾ ਆ। ਤੇ ਰੀਸੈਂਟਲੀ ਜਿਹੜੀਆਂ ਕੈਲੀਫੋਰਨੀਆ ਜਿਹੜੇ ਸਾਲ ਦੀ ਗੱਲ ਕਰ ਰਹੇ ਸੀ ਵੀ ਅੱਗਾਂ ਲੱਗੀਆਂ, ਉਹ ਕਿੰਨਾ ਪ੍ਰੋਪਰਟੀ ਡੈਮੇਜ ਹੋਇਆ, ਲੋਕਾਂ ਦਾ ਜੀਵਨ ਆਰਥਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਖਿੰਡ ਫੁੰਡ ਗਿਆ। ਉਹ ਕਿੱਧਰ ਜਾਣਗੇ, ਕਿਵੇਂ ਹੋਊਗਾ? ਇਹ ਭਾਰ ਤਾਂ ਅਕਸਰ ਬਾਕੀਆਂ ਦੇ ਸਿਰਾਂ ਦੇ ਉੱਤੇ ਨਾਲ ਜਿਹੜਾ ਉਹ ਪੈਣਾ ਆ। ਕਿੰਨੀ ਫਲੱਡਿੰਗਸ ਜਿਹੜੀਆਂ ਉਹ ਹੁਣ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਆ। ਉਹ ਕਿੰਨੀ ਕੁ ਵਾਰੀ ਜਿਹੜੀ ਇੱਕ ਸੂਬੇ ਆ ਜਾਂ ਮੁਲਕ ਆ ਉਹ ਆਪਣੇ ਆਪ ਦੇ ਲਈ ਇਹ ਢਾਂਚਾ ਬਾਰ-ਬਾਰ ਤਿਆਰ ਕਰਦੇ ਰਹਿਣਗੇ, ਇਹ ਕੰਮ ਮੁਸ਼ਕਿਲ ਆ। ਇਵੈਂਚੁਅਲੀ ਵੀ ਗੋਨਾ ਰਨ ਆਊਟ ਆਫ ਮਨੀ। ਇਹ ਚੀਜ਼ ਹੋਣੀ ਆ ਅਦਰਵਾਈਜ਼। ਸੋ ਆਪਾਂ ਨੂੰ ਸਮੇਂ ਸਿਰ ਹੀ ਜਿਹੜਾ ਇਸ ਦੇ ਵਿੱਚ ਸੰਭਲਣ ਦੀ ਲੋੜ ਜੀ। ਸੋ ਕੁਛ ਮੈਂ ਛੇਤੀ ਦੱਸ ਦੇਵਾਂ ਕਿ ਓਕਲਾਹਾਮਾ, ਕੋਲੋਰਾਡੋ, ਮਿਨੇਸੋਟਾ, ਪੈਨਸਿਲਵੇਨੀਆ, ਇਹ ਕੁਛ ਇੱਦਾਂ ਦੀ ਸਟੇਟ ਆ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਕਲਾਈਮੇਟ ਚੇਂਜ ਦਾ ਜਿਹੜਾ ਇੰਪੈਕਟ ਆ ਉਹ ਆਪਾਂ ਨੂੰ ਨਹੀਂ ਦੇਖਣ ਨੂੰ ਮਿਲੇਗਾ। ਇੱਕ ਤਾਂ ਪ੍ਰਾਇਮਰੀ ਕਾਰਨ ਇਹ ਆ ਕਿ ਉਹ ਕੋਸਟ ਤੋਂ ਦੂਰ ਆ, ਤੇ ਦੂਸਰਾ ਉਹਦਾ ਕਾਰਨ ਰਾਜਕਾਰਨ ਇਹ ਆ ਕਿ ਉਹ ਜਿਹੜੇ ਸਟੇਟਸ ਆ ਉਹ ਕਾਫੀ ਪ੍ਰੋਐਕਟਿਵ ਹੈ ਇਸ ਚੀਜ਼ ਨੂੰ ਡੀਲ ਕਰਨ ਦੇ ਵਿੱਚ। ਜੀ ਬਿਲਕੁਲ। ਸੋ ਹੁਣ ਇਸ ਨੂੰ ਐਡਰੈਸ ਕਰਨ ਦੇ ਲਈ ਜਿੱਦਾਂ ਕੈਲੀਫੋਰਨੀਆ ਦਾ ਆਪਾਂ ਜ਼ਿਕਰ ਕੀਤਾ, ਵਾਸ਼ਿੰਗਟਨ ਦਾ ਜ਼ਿਕਰ ਕੀਤਾ, ਇਸ ਤੋਂ ਇਲਾਵਾ ਇੱਕ ਆਪਾਂ ਪੈਰਿਸ ਅਕੋਰਡ ਡੀਲ ਯਾਦ ਹੋਣੀ ਹੈ ਸਭ ਨੂੰ, ਉਹਨੂੰ ਲੈ ਕੇ ਇੰਟਰਨੈਸ਼ਨਲ ਤੌਰ ਦੇ ਉੱਤੇ ਬੜਾ ਰੌਲਾ ਪਿਆ। ਅਮਰੀਕਾ ਵਾਲੇ ਗਏ, ਸਾਈਨ ਕੀਤਾ, ਫਿਰ ਇੱਕ ਪ੍ਰਸ਼ਾਸਨ ਨੇ, ਟਰੰਪ ਹੁਣਾਂ ਨੇ ਕਿਹਾ ਵੀ ਨਹੀਂ ਜੀ ਸਾਨੂੰ ਤਾਂ ਲੋੜ ਨਹੀਂ, ਆਪਾਂ ਨਹੀਂ ਇੱਦਾਂ ਕਰਨਾ, ਵੀ ਚੀਨ ਵਾਲੇ ਕਰਦੇ ਤਾਂ ਕੁਛ ਨਹੀਂ ਆ ਤੇ ਉਹਨਾਂ ਨੂੰ ਅਸੀਂ ਪੈਸੇ ਵੀ ਦੇਈ ਜਾਈਏ, ਕਰੀ ਵੀ ਜਾਈਏ। ਸੋ ਇੱਥੇ ਕਿਤੇ ਨਾ ਕਿ ਇੱਕ ਡਿਵੈਲਪਿੰਗ ਨੇਸ਼ਨ ਤੇ ਇੱਕ ਡਿਵੈਲਪਡ ਨੇਸ਼ਨ ਦਾ ਵੀ ਮੁੱਦਾ ਜਿਹੜਾ ਆ ਉੱਭਰ ਕੇ ਸਾਹਮਣੇ ਆਇਆ। ਡਿਵੈਲਪਿੰਗ ਨੇਸ਼ਨ ਕਹਿੰਦੇ ਵੀ ਭਾਈ ਤੁਸੀਂ ਤਾਂ ਹੁਣ ਵਿਕਸਿਤ ਹੋ ਗਏ, ਤੁਹਾਨੂੰ ਤਾਂ ਲੋੜ ਨਹੀਂ, ਤੁਸੀਂ ਕਹਿੰਦੇ ਆ ਵੀ ਹੁਣ ਅਸੀਂ ਵੀ ਛੱਡ ਦਈਏ, ਅਸੀਂ ਵਿਕਸਿਤ ਨਾ ਹੋਈਏ। ਇਹ ਇੱਕ ਨਵੀਂ ਜਿਹੜੀ ਕਹਿ ਸਕਦੇ ਵੀ ਮਾਰ ਆਈ, ਇੱਕ ਫਰਕ ਜਿਹੜਾ ਉਹ ਸਾਹਮਣੇ ਆ ਰਿਹਾ। ਐਡਰੈਸ ਕਰਨ ਲਈ ਹੋਰ ਕੀ ਕੁਝ ਹੋ ਰਿਹਾ ਹੈ? ਸੋ ਦੇਖੋ ਰਾਜਕਰਨ, ਦੋਨੋਂ ਪਾਸੇ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ। ਜੇ ਤੁਸੀਂ ਡਿਵੈਲਪਡ ਨੇਸ਼ਨ ਦੀ ਸਟੇਟਮੈਂਟ ਦਿੱਤੀ ਨਾ ਵੀ ਪ੍ਰੋਡਿਊਸ ਉਹ ਕਰਦੇ ਆ ਤੇ ਆਪਾਂ ਉਹਨਾਂ ਨੂੰ ਪੈਸੇ ਦਿੰਦੇ ਆ, ਜਿਹੜੇ ਡਿਵੈਲਪਿੰਗ ਨੇਸ਼ਨਸ ਆ ਉਹਨਾਂ ਦੀ ਇਹ ਆ ਕਿ ਦੇਖੋ ਆਪਾਂ ਤੇ ਕਿੰਨੇ ਸਾਲ ਤੱਕ, ਦੇਖੋ ਧਰਤੀ ਤੇ ਸਾਰਿਆਂ ਦੀ ਸੇਮ ਆ ਨਾ, ਤੇ ਤੁਸੀਂ ਪਹਿਲੇ ਗੱਲ ਕੀਤੀ ਚਲੋ ਕੈਨੇਡਾ ਚ ਲੱਗਦੀ, ਅਮਰੀਕਾ ਵਿੱਚ ਵੀ ਉਹਦਾ ਅਸਰ ਆ। ਇਸੇ ਤਰ੍ਹਾਂ ਗਲੋਬਲ ਵਾਰਮਿੰਗ ਭਾਵੇਂ ਦੁਨੀਆ ਜਿੱਥੇ ਮਰਜ਼ੀ ਪ੍ਰੋਡਿਊਸ ਕਰ ਰਹੀ ਸੀ ਨਾ, ਮੈਂ ਇੱਕ ਰਿਸਰਚ ਸਟੱਡੀ ਪੜ੍ਹਦਾ ਸੀ, ਮੈਂ ਉਹ ਇੱਥੇ ਸ਼ੇਅਰ ਕਰੂੰਗਾ। ਆਪਾਂ ਇੰਡੀਆ ਨੂੰ ਐਜ਼ ਅ ਡਿਵੈਲਪਿੰਗ ਨੇਸ਼ਨ ਹੈਗੀ ਆ ਤੇ ਵਰਸਿਸ ਅਮਰੀਕਾ ਜਿਹੜੀ ਡਿਵੈਲਪ ਨੇਸ਼ਨ ਆ। ਸਹੀ। ਸੋ ਇਹਨਾਂ ਦੋਵਾਂ ਨੂੰ ਕੰਪੈਰੀਜ਼ਨ ਕਰਨ ਦੇ ਵਿੱਚ ਉਹਨਾਂ ਨੇ ਬੜੀ ਵਧੀਆ ਜਿਹੜਾ ਪੁਆਇੰਟ ਸਾਹਮਣੇ ਲੈ ਕੇ ਆਂਦਾ, ਉਹ ਕਹਿੰਦੇ ਕਿ ਇੱਕ ਅਮਰੀਕਨ ਬੰਦਾ ਆਪਣੀ ਪੂਰੀ ਲਾਈਫ ਦੇ ਵਿੱਚ ਉਹਦਾ ਕਾਰਬਨ ਫੁੱਟਪ੍ਰਿੰਟ ਇੰਨਾ ਜ਼ਿਆਦਾ ਕਿ ਇੱਕ ਬੰਦਾ ਨਾਰਮਲ ਆਪਣੀ ਲਾਈਫ ਜੀ ਰਿਹਾ, ਇੱਕ ਅਮਰੀਕਨ, ਤੇ ਉਹ ਇੰਨਾ ਕਾਰਬਨ ਪ੍ਰੋਡਿਊਸ ਕਰਦਾ ਕਿ ਇੰਡੀਆ ਦਾ ਇੱਕ ਬੰਦੇ ਨੂੰ ਰਿਪਲੇਸ ਕਰ ਦਿੰਦਾ। ਯਾਨੀ ਕਿ ਜਿਹੜੀ ਨੈਟ ਮਾਈਗ੍ਰੇਸ਼ਨ ਹੋ ਰਹੀ ਆ, ਕਿਉਂਕਿ ਇਹਦਾ ਇੰਪੈਕਟ ਸਾਨੂੰ, ਇੰਡੀਆ ਦੀ ਕੋਸਟ ਵੀ ਸਾਨੂੰ ਪਤਾ ਬਹੁਤ ਵੱਡੀ ਆ, ਤੇ ਉਹਦੇ ਉੱਤੇ ਵੀ ਇਹਦਾ ਬਹੁਤ ਇੰਪੈਕਟ ਪੈਣਾ। ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਇੰਡੀਆ ਦੇ ਵੀ ਕਿਹੜੇ ਸੂਬੇ ਜ਼ਿਆਦਾ ਪ੍ਰੋਨ ਆ ਕਿਹੜੇ ਨਹੀਂ, ਹੈ ਨਾ। ਸੋ ਉਹਦੀ ਪੋਲੀਟਿਕਸ ਦੀ ਗੱਲ ਇਹ ਆ ਕਿ ਦੇਖੋ ਜਿਹੜੇ ਤੇ ਸਭ ਤੋਂ ਵੱਧ ਤੇ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਹੋਇਆ ਉਹਦਾ ਵੈਸਟ ਨੇ ਫਾਇਦਾ ਲਿਆ ਸਭ ਤੋਂ ਪਹਿਲੀਆਂ ਦੇ ਵਿੱਚ, ਹੈ ਨਾ। ਚਾਈਨਾ ਹੋ ਗਿਆ ਜਾਂ ਬਾਕੀ ਏਸ਼ੀਅਨ ਕੰਟਰੀਜ਼ ਆ ਜਿਹਨੂੰ ਆਪਾਂ ਡਿਵੈਲਪਿੰਗ ਕੰਟਰੀਜ਼ ਕਹਿ ਦਿੰਦੇ ਆ, ਇਹਨਾਂ ਤੇ ਹੁਣ ਪਿਛਲੇ 2 ਦਹਾਕਿਆਂ ਤੋਂ ਫਾਇਦਾ ਲੈਣਾ ਸ਼ੁਰੂ ਕੀਤਾ ਇਸ ਇੰਡਸਟਰੀਅਲ ਰੈਵੋਲੂਸ਼ਨ ਦਾ, ਜ਼ਿਆਦਾ ਐਕਸਲਰੇਟਿਡ ਫੇਸ ਦੇ ਵਿੱਚ। ਹੁਣ ਜਿਹੜੇ ਦੇਸ਼ ਆ, ਇੰਡੀਆ ਵਰਗੇ ਹੋ ਗਏ ਜਾਂ ਚਾਈਨਾ ਵਰਗੇ ਹੋ ਗਏ, ਉਹਨਾਂ ਕੋਲ ਅਜੇ ਇੰਨੇ ਸਾਧਨ ਅਜੇ ਵੀ ਨਹੀਂ ਹੈਗੇ ਕਿ ਉਹ ਆਪਣੀ ਪਾਵਰ ਜਿੰਨੀ ਉਹਨਾਂ ਨੂੰ ਪਾਵਰ ਚਾਹੀਦੀ ਆ, ਉਹਨਾਂ ਨੂੰ ਰੀਨਿਊਏਬਲ ਰਿਸੋਰਸਿਸ ਤੋਂ ਪੂਰੀ ਕਰ ਸਕਣ। ਸੋ ਉਹ ਅਜੇ ਵੀ ਕੋਲੇ ਦੀ, ਡੀਜ਼ਲ ਦੀ, ਇਦਾਂ ਦੀ ਵਰਤੋਂ ਕਰਦੇ ਆ ਜੀ। ਤੇ ਅਮਰੀਕਾ ਜਿਹੜਾ ਵਾ, ਇਹਨਾਂ ਕੋਲ, ਕਿਉਂਕਿ ਅਮਰੀਕਾ ਜਾਂ ਜਿਹੜੇ ਡਿਵੈਲਪਡ ਕੰਟਰੀਜ਼ ਆ, ਇਹਨਾਂ ਕੋਲ ਇੰਨੇ ਫੰਡਸ ਹੈਗੇ ਆ ਕਿ ਇਹ ਨਵੀਂ ਰਿਸਰਚ ਨੂੰ ਟ੍ਰਾਂਜੀਸ਼ਨ ਕਰਨ ਦੀ ਸਮਰੱਥਾ ਰੱਖਦੇ ਆ, ਜਦ ਕਿ ਜਿਹੜੇ ਡਿਵੈਲਪਿੰਗ ਮੁਲਕ ਆ ਜੇ ਤੇ ਉਹ ਸਿਰਫ
ਰੋਟੀ ਪਾਣੀ ਦਾ ਆਰ ਪਾਰ ਕਰਨ ਦੇ ਲਈ ਇੰਡੀਆ ਵਰਗੀ, ਤੁਸੀਂ ਇੰਡੀਆ ਵਾਂਗੂ ਪਾਕਿਸਤਾਨ ਵਾਂਗੂ ਹੈ ਨਾ ਐਗਜ਼ਾਮਪਲ ਲੈ ਲੈਂਦੇ ਆ, ਅਜੇ ਉਹਨਾਂ ਦੀ ਜਿਹੜੀ ਫੂਡ ਸੁਰੱਖਿਆ ਵਾ ਉਹੀ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਨਾ, ਫੂਡ ਦੇ ਨਾਲ ਰਿਲੇਟਡ ਪਾਵਰ। ਤਾਂ ਹੁਣ ਉਹਦੇ ਵਿੱਚ ਇਹ ਆ ਕਿ ਇਹਨਾਂ ਦੇਸ਼ਾਂ ਦੀ ਪਾਪੂਲੇਸ਼ਨ ਵੀ ਬਹੁਤ ਆ, ਹੈ ਨਾ, ਪਾਪੂਲੇਸ਼ਨ ਡੈਂਸਿਟੀ ਵੀ ਬਹੁਤ ਆ, ਸੋ ਇੰਪੈਕਟ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਹੁੰਦਾ। ਸੋ ਉਹ ਵਲਨਰੇਬਲ ਪੋਜੀਸ਼ਨ ਦੇ ਵਿੱਚ ਆ, ਤੇ ਉਹ ਵਲਨਰੇਬਲ ਪੋਜੀਸ਼ਨ ਹੋਣ ਦੇ ਕਰਕੇ ਉਹ ਕਹਿੰਦੇ ਆ ਕਿ ਜਿਹੜੇ ਲੋਕਾਂ ਨੇ, ਜਿਹੜੇ ਕੰਟਰੀਜ਼ ਨੇ ਇਹਦਾ ਲਾਹਾ ਲਿਆ ਤੇ ਜਿਨ੍ਹਾਂ ਨੇ ਇਹ ਸਭ ਤੋਂ ਵੱਧ ਪ੍ਰੋਡਿਊਸ ਕੀਤਾ ਪੁਰਾਣੇ ਸਮੇਂ ਦੇ ਵਿੱਚ, ਉਹਨਾਂ ਨੂੰ ਜਿਹੜੇ ਮੁਲਕ ਡਿਵੈਲਪ ਕਰ ਰਹੇ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ। ਸੋ ਉਹ ਆਪਣੀ ਜਗ੍ਹਾ ਦੇ ਉੱਤੇ ਵੀ ਠੀਕ ਆ, ਪਰ ਕਿਉਂਕਿ ਕੰਪਨਸੇਟ ਦਾ ਮਤਲਬ ਕੀ ਹੈ, ਡਾਇਰੈਕਟਲੀ ਵੀ ਪੈਸਾ ਦਿਓ, ਤੇ ਜਿਹੜੇ ਵੈਸਟ ਦੇ ਮੁਲਕ ਆ ਉਹ ਜਾਂ ਡਿਵੈਲਪਡ ਮੁਲਕ ਆ ਉਹ ਪੈਸਾ ਦੇਣ ਨੂੰ ਕਈ ਆਨਾਕਾਨੀ ਕਰਦੇ। ਯੂਰਪ ਨੇ ਕਾਫੀ ਕਹਿੰਦੇ ਚਲੋ ਠੀਕ ਆ ਆਪਾਂ ਦੇ ਦਿੰਦੇ ਹਾਂ, ਤੇ ਪ੍ਰੈਜ਼ੀਡੈਂਟ ਬਾਈਡਨ ਵੀ ਕਹਿੰਦੇ ਚਲੋ ਕੁਛ ਹੱਦ ਤੱਕ ਠੀਕ ਆ, ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਸੀ ਉਹ ਕਹਿੰਦੇ ਸੀ ਅਸੀਂ ਕਿਉਂ ਦਈਏ। ਸੋ ਇਹ ਪੋਲਿਟਿਕਸ ਆ ਉਹਦੇ ਪਿੱਛੇ। ਬਿਲਕੁਲ। ਸੋ ਦੇਖੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ, ਇਸ ਤੋਂ ਇਲਾਵਾ ਹਰਵਿੰਦਰ ਜੀ ਆਪਾਂ ਨਾ ਕਲਾਈਮੇਟ ਚੇਂਜ ਨੂੰ ਐਡਰੈਸ ਕਰਨ ਦੀ ਗੱਲ ਕਰੀਏ ਤੇ ਟੈਕਨੋਲੋਜੀ ਇਸ ਟਾਈਮ ਬਹੁਤ ਜ਼ਿਆਦਾ ਵਿਕਸਿਤ ਹੋ ਰਹੀ ਆ। ਕਈ ਜਿਹੜੀਆਂ ਟੈਕਨੋਲੋਜੀਜ਼ ਉਹ ਸਾਹਮਣੇ ਆ ਰਹੀਆਂ ਜਿਹਦੇ ਵਿੱਚ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ, ਐਡਰੈਸ ਹੋ ਰਹੀਆਂ। ਜੇ ਤੁਸੀਂ ਇਸ ਪੱਖ ਤੋਂ ਵੀ ਥੋੜਾ ਦੱਸੋ ਵੀ ਕਿਸ ਹਿਸਾਬ ਦੇ ਨਾਲ ਜਿਹੜੀਆਂ ਟੈਕਨੋਲੋਜੀ ਮਦਦ ਕਰ ਸਕਦੀਆਂ ਆ ਜਾਂ ਮਦਦ ਕਰ ਰਹੀਆਂ ਨੇ ਕਲਾਈਮੇਟ ਚੇਂਜ ਨੂੰ ਐਡਰੈਸ ਕਰਨ। ਸੋ ਸਭ ਤੋਂ ਪਹਿਲੀ ਤੇ ਰਾਜਕਰਨ ਗੱਲ ਇਹ ਹੈ ਕਿ ਜਦੋਂ ਅਸੀਂ ਫੈਕਟਰਸ ਦੇਖਦੇ ਹਾਂ, ਹੈ ਨਾ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਫੈਕਟਰ ਕੀ ਆ? ਟਰਾਂਸਪੋਰਟੇਸ਼ਨ। ਹੈ ਨਾ, ਟਰਾਂਸਪੋਰਟੇਸ਼ਨ ਨੂੰ ਸਭ ਤੋਂ, ਕਿਉਂਕਿ ਵੱਡਾ ਫੈਕਟਰ ਹੋਣ ਕਰਕੇ ਉਹ ਸਭ ਤੋਂ ਛੇਤੀ ਐਕਸ਼ਨ ਦੇ ਵਿੱਚ ਆਇਆ, ਹੈ ਨਾ। ਐਕਸ਼ਨ ਵਿੱਚ ਆਉਣ ਦਾ ਮਤਲਬ ਇਹ ਆ ਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਜਿੱਦਾਂ ਪਹਿਲਾਂ ਗੱਲ ਕੀਤੀ ਵੀ ਇਲੈਕਟ੍ਰੋਨਿਕ ਕਾਰਸ ਹੋ ਗਈਆਂ ਜਾਂ ਇਦਾਂ ਦੀ ਚੀਜ਼ਾਂ ਹੋ ਗਈਆਂ, ਹੈ ਨਾ। ਸੋ ਉਹ ਜਿਹੜੀ ਟੈਕਨੋਲੋਜੀ ਜਿਹੜੀ ਡਿਵੈਲਪ ਹੋ ਰਹੀ ਹੈ, ਜਿਹੜੀ ਫੋਸਿਲ ਫਿਊਲਸ ਤੋਂ ਆਪਾਂ ਨੂੰ ਦੂਰ ਕਰਦੀ ਆ, ਸੋ ਉਹ ਇੱਕ ਮੇਜਰ ਕੰਟਰੀਬਿਊਸ਼ਨ ਫੈਕਟਰ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਦੱਸ ਦੇਵਾਂ ਕਿ ਜਦੋਂ 1970 ਤੱਕ ਜਦੋਂ ਜਿਹੜੇ ਗੈਸੋਲੀਨ ਹੁੰਦੀ ਸੀ ਜਾਂ ਪੈਟਰੋਲੀਅਮ ਹੁੰਦਾ ਸੀ, ਉਹਦੇ ਵਿੱਚ ਜਿਹੜੀ ਲੈਡ ਪਾਈ ਜਾਂਦੀ ਸੀ, ਹੈ ਨਾ। ਲੈਡ ਕਰਕੇ ਜਦ LA ਦੀ ਕਹਿੰਦੇ ਜਦੋਂ ਸਵੇਰੇ ਸ਼ਾਮ ਦੇ ਪੀਲੇ ਰੰਗ ਦੀ ਹਵਾ ਹੁੰਦੀ ਸੀ। ਸੋ ਉਸ ਤੋਂ ਬਾਅਦ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਜਿਹੜੀ ਆ ਉਹ ਆਈ, ਉਹਨੇ ਟੈਕਨੋਲੋਜੀ ਦੇ ਬੇਸ ਦੇ ਉੱਤੇ ਲੈਡ ਕੱਢੀ, ਜਿਹੜੇ ਇੰਜਨਸ ਉਹ ਐਫੀਸ਼ੀਐਂਟ ਹੋਏ, ਹੈ ਨਾ। ਸੋ ਜਿਹੜੀ ਐਫੀਸ਼ੀਐਂਸੀ ਲਿਆਉਣੀ ਤੇ ਹਾਈਬ੍ਰਿਡ ਕਾਰਾਂ ਸਾਡੇ ਸਾਹਮਣੇ ਆਈਆਂ, ਇਸੇ ਤਰ੍ਹਾਂ ਹਾਈਬ੍ਰਿਡ ਟਰੱਕ ਵੀ ਆਏ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰਿਕ ਟਰੱਕ ਆ ਰਹੇ ਜਿਨ੍ਹਾਂ ਦੀ ਜ਼ੀਰੋ ਇਮਿਸ਼ਨ ਹੋਏਗੀ। ਸੋ ਸਭ ਤੋਂ ਵੱਡੀ ਜਿਹੜੀ ਇਸ ਚੀਜ਼ ਨੂੰ ਐਡਰੈਸ ਕਰਨ ਦੇ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਤੇ ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਟੈਕਨੋਲੋਜੀ ਦੇ ਵਿੱਚ, ਦੇਖੋ ਜਦੋਂ ਵੀ ਕੋਈ ਦੁਨੀਆ ਦਾ ਧਿਆਨ ਹੁੰਦਾ ਕਿਸੇ ਪਾਸੇ, ਹੈ ਨਾ। ਅੱਜ ਗਲੋਬਲੀ ਮੇਰੇ ਕੋਲ ਨਾ ਕੁਝ ਡੇਟਾ ਵਰਲਡ ਇਕਨੋਮਿਕ ਫੋਰਮ ਦਾ ਮੈਂ ਦੇਖਦਾ ਸੀ, ਉਹਦੇ ਵਿੱਚ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਲੋਕ ਇਹਨੂੰ ਕਿਸ ਤਰ੍ਹਾਂ ਲੈਂਦੇ ਆ ਕਲਾਈਮੇਟ ਚੇਂਜ। ਸੋ 23% ਲੋਕ ਆ ਜਿਹੜੇ ਵੈਰੀ ਵਰੀਡ। ਠੀਕ ਆ। ਜੇ ਦੁਨੀਆ ਭਰ ਦੀ ਕਲਾਈਮੇਟ ਚੇਂਜ ਨੂੰ ਲੈ ਕੇ ਦੁਨੀਆ ਆਪਣੇ ਫਿਊਚਰ ਦੀ ਗੱਲ ਕਰੀਏ, ਤੇ 61% ਲੋਕ ਜਿਹੜੇ ਆ ਉਹ ਬਹੁਤ ਕੰਸਰਨਡ ਆ। ਸੋ ਕਹਿਣ ਦਾ ਮਤਲਬ ਵੀ ਮੈਜੋਰਿਟੀ ਜਿਹੜੇ ਲੋਕ ਆ ਉਹ ਇਸ ਚੀਜ਼ ਨੂੰ ਲੈ ਕੇ ਉਹਨਾਂ 'ਚ ਅਵੇਅਰਨੈਸ ਹੈਗੀ ਹੈ ਜਾਂ ਐਜੂਕੇਸ਼ਨ ਹੈਗੀ ਆ, ਹੈ ਨਾ, ਕਿ ਆਪਾਂ ਜੋ ਕਰ ਰਹੇ ਹੋ ਇਨਫ ਨਹੀਂ ਹੈਗਾ। ਸੋ ਉਹ ਕੀ ਕਰਦਾ, ਉਹ ਜਿਹੜੀ ਗਵਰਨਮੈਂਟਸ ਹੁੰਦੀਆਂ ਉਹਨਾਂ ਨੂੰ ਫੋਰਸ ਕਰਦਾ ਫੰਡਸ ਇਸ ਪਾਸੇ ਨੂੰ ਅਲਾਟ ਕਰਨ ਦੇ ਲਈ, ਜਿਹਦੇ ਕਰਕੇ ਕੁਝ ਐਗਰੈਸਿਵ ਟਾਰਗੇਟ ਜਿਹੜੇ ਸਾਡੇ ਸਾਹਮਣੇ ਆਉਂਦੇ, ਕੈਲੀਫੋਰਨੀਆ ਜਿੱਦਾਂ ਤੁਸੀਂ ਐਗਜ਼ਾਮਪਲ ਲਈ, ਹੈ ਨਾ। ਸੋ ਉਹਦੇ ਵਿੱਚ ਇਹ ਹੈ ਕਿ ਜਦੋਂ ਗਵਰਨਮੈਂਟ ਦਾ ਧਿਆਨ ਇਸ ਪਾਸੇ ਹੋ ਜਾਂਦਾ ਤੇ ਇਹਦਾ ਮਤਲਬ ਪੈਸਾ ਅਵੇਲੇਬਲ ਹੋ ਜਾਂਦਾ, ਫੰਡਸ ਅਵੇਲੇਬਲ ਹੋ ਜਾਂਦੇ ਆ ਕੁਛ ਇਦਾਂ ਦਾ ਕੰਮ ਕਰਨ ਦੇ ਲਈ। ਹੁਣ ਤੁਸੀਂ ਹਰ ਇੱਕ ਸਿਟੀ ਦਾ, ਹਰ ਇੱਕ ਸਟੇਟ ਦਾ, ਹਰ ਇੱਕ ਕੰਟਰੀ ਦਾ ਤੁਸੀਂ ਜਾਂ ਹਰ ਇੱਕ ਕਾਰਪੋਰੇਸ਼ਨ ਦਾ ਵੀ ਹੁਣ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ, ਕੁਝ ਫੰਡ ਐਲੋਕੇਟਡ ਕੀਤੇ ਹੁੰਦੇ ਆ ਜਾਂ ਉਹਨਾਂ ਦੀ ਕਮਿਟਮੈਂਟਸ ਹੁੰਦੀ ਆ ਵੀ ਅਸੀਂ ਜ਼ੀਰੋ ਕਾਰਬਨ ਨਿਊਟਰੈਲਿਟੀ, ਜ਼ੀਰੋ ਨੈਟ ਕਾਰਬਨ ਜਿਹੜਾ ਆਪਣੇ ਸਾਡੇ ਗੋਲਸ ਉਹਨੂੰ ਅਸੀਂ ਅਚੀਵ ਕਰਨਾ। ਸੋ ਕਾਫੀ ਤਰ੍ਹਾਂ ਦੀ ਜਿਹੜੀ ਸਟਾਰਟਅਪਸ ਆ ਉਹ ਇਸ ਮਸਲੇ ਦੇ ਵਿੱਚ ਆ ਰਹੀਆਂ। ਅੱਜ ਹੀ ਮੈਂ ਜਦੋਂ ਪ੍ਰੈਪ ਕਰਦਾ ਸੀ ਉਹਦੇ ਵਿੱਚ ਮੈਂ ਦੇਖਿਆ ਲਿੰਕਡਇਨ ਦੇ ਉੱਤੇ ਤਕਰੀਬਨ 12,000 ਦੇ ਕਰੀਬ ਜੌਬਾਂ ਜਿਹੜੀਆਂ ਓਪਨ ਆ। ਠੀਕ ਹੈ। ਇਨਵਾਇਰਮੈਂਟ ਕਲਾਈਮਟੈਕ ਨੂੰ ਕਹਿ ਦਿੰਦੇ ਆ, ਕਿਸੇ ਕਲਾਈਮੇਟ ਟੈਕਨੋਲੋਜੀ ਦੇ ਰਿਲੇਟਡ ਜੌਬਾਂ। ਸੋ 12,000 ਦੇ ਕਰੀਬ ਜਿਹੜੇ ਜੌਬਾਂ ਉਹ ਓਪਨ ਆ। ਸੋ ਕਹਿੰਦਾ ਮਤਲਬ ਦੁਨੀਆ ਭਰ ਦਾ ਜਿਹੜਾ ਇੰਟਰਸਟ ਹੈ ਇਸ ਪਾਸੇ ਹੋ ਰਿਹਾ। ਸੋ ਟੈਕਨੋਲੋਜੀ ਨੂੰ ਵਰਤ ਕੇ, ਜਿੱਦਾਂ ਅਸੀਂ ਪਹਿਲਾਂ ਐਗਜ਼ਾਮਪਲ ਲਈ ਜੀ ਦੂਰ ਜਾਣ ਦੇ ਲਈ, ਇਸ ਤੋਂ ਬਾਅਦ ਤੁਸੀਂ ਦੂਸਰੀ ਚੀਜ਼ ਆ ਗਈ એનર્ਜੀ ਪ੍ਰੋਡਕਸ਼ਨ। ਹੁਣ ਕਾਫੀ ਜਿਹੜਾ ਜ਼ੋਰ ਆ ਇਸ ਚੀਜ਼ ਦੇ ਉੱਤੇ ਲੱਗਾ ਹੋਇਆ ਕਿ ਵਿੰਡ ਨੂੰ, ਸਨ ਨੂੰ, ਸੋਲਰ ਰੂਫ ਆਪਾਂ ਦੇਖਿਆ, ਵਿੰਡ એનર્ਜੀ ਨੂੰ ਆਪਾਂ ਦੇਖਿਆ, ਉਹਦੇ ਉੱਤੇ ਕਾਫੀ ਕੰਮ ਹੋ ਰਿਹਾ। ਆਫਸ਼ੋਰ ਵਿੰਡ ਫਾਰਮ ਆ ਰਹੇ ਆ, ਹੈ ਨਾ।
ਸੋ ਇਹ ਸਾਰੀਆਂ ਚੀਜ਼ਾਂ એનર્ਜੀ ਪ੍ਰੋਡਕਸ਼ਨ ਨੂੰ ਵੀ ਫੋਸਿਲ ਫਿਊਲ ਤੋਂ ਦੂਰ ਲੈ ਜਾਂਦੀਆਂ। ਇਹਦੇ ਵਿੱਚ ਕਈ ਟੈਕਨੋਲੋਜੀਜ਼ ਹਰਵਿੰਦਰ ਜਿਹੜੀਆਂ ਹੈਗੀਆਂ, ਜਿਹੜੀ ਵੇਵਜ਼ ਆ ਉਹਨਾਂ ਦੇ ਜਿਹੜਾ ਉੱਤੇ ਥੱਲੇ ਹੋਣ ਦੇ ਨਾਲ ਉਸ ਤੋਂ એનર્ਜੀ ਪ੍ਰੋਡਿਊਸ ਕਰਨ ਦੀ ਜਿਹੜੀ ਕੋਸ਼ਿਸ਼ ਆ, ਜਿੱਦਾਂ ਤੁਸੀਂ ਕਿਹਾ ਵੀ 10-12 ਹਜ਼ਾਰ ਜੌਬਸ ਆ। ਸੋ ਇਨ ਦ ਮੂਮੈਂਟ ਆਫ ਪੈਰਲ ਦੇਰ ਆਰ ਸਟਿਲ ਓਪਰਚੁਨਿਟੀਜ਼, ਵੀ ਜਦੋਂ ਬਿਲਕੁਲ ਮੁਸ਼ਕਿਲ ਹੁੰਦੀ ਆ ਤਾਂ ਉਦੋਂ ਕਈਆਂ ਦੇ ਲਈ ਰਾਹ ਵੀ ਜਿਹੜਾ ਆ ਉਹ ਉਹ ਖੁੱਲ੍ਹਦਾ ਖੁੱਲ੍ਹਦਾ। ਆ। ਤੇ ਇਹ ਦੱਸਣ ਦਾ ਮਕਸਦ ਟੈਕਨੋਲੋਜੀ ਦੇ ਨਾਲ ਸੰਬੰਧਿਤ ਇਹ ਆ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਈਵਨ ਜੇ ਤੁਸੀਂ ਪੜ੍ਹਾਈ ਕਰਨ ਬਾਰੇ ਵੀ ਸੋਚ ਰਹੇ ਆ, ਹੋ ਸਕਦਾ ਹੈ ਵੀ ਕਿਸੇ ਨੂੰ ਇਹ ਗੱਲ ਚੰਗੀ ਲੱਗੇ, ਕਿਸੇ ਨੂੰ ਮਾੜੀ ਲੱਗੇ, ਪਰ ਇਹ ਇੱਕ ਓਪਰਚੁਨਿਟੀ ਹੈ, ਇੱਕ ਨਵਾਂ ਰਾਹ ਜਿਹੜਾ ਆ ਉਹ ਆਪਣੇ ਸਾਹਮਣੇ ਆ ਇਕਨੋਮਿਕ ਤੌਰ ਦੇ ਉੱਤੇ ਸਟੇਬਲ ਹੋਣ ਦੇ ਲਈ, ਤੇ ਨਾਲ ਦੇ ਨਾਲ ਸ਼ਾਇਦ ਦੁਨੀਆ ਨੂੰ ਜਿਹੜਾ ਆਪਾਂ ਉਸ ਦੇ ਲਈ ਆਪਾਂ ਭਲਾ ਵੀ ਜਿਹੜਾ ਉਸ 'ਚ ਕਰ ਸਕਦੇ ਆ। ਹੁਣ ਸਭ ਤੋਂ ਵੱਡੀ ਜਿਹੜੀ ਕੋਸ਼ਿਸ਼ ਕਈ ਟੈਕਨੋਲੋਜੀਜ਼ ਦੇ ਵਿੱਚ ਇਹ ਲੱਗੀ ਆ, ਡਾਇਰੈਕਟ ਕਾਰਬਨ ਅਬਜ਼ੌਰਪਸ਼ਨ, ਵੀ ਉਸ ਨੂੰ ਆਪਾਂ ਹਵਾ ਦੇ ਵਿੱਚੋਂ ਹੀ ਕਾਰਬਨ ਡਾਈਆਕਸਾਈਡ ਆ ਜਾਂ ਕਾਰਬਨ ਆ ਉਸ ਨੂੰ ਇਕੱਠੇ ਕਰਨਾ, ਗ੍ਰੀਨ ਹਾਊਸ ਗੈਸਿਸ ਨੂੰ ਕਰਨਾ। ਹਾਈਬ੍ਰਿਡ ਜਿਹੜੇ ਹਾਈਡਰੋਜਨ ਹਾਈਬ੍ਰਿਡਸ ਆ ਉਹ ਇੱਕ ਨਵਾਂ ਆ ਰਿਹਾ ਆ, ਕਿਉਂਕਿ ਜਿਹੜੀ ਇਲੈਕਟ੍ਰਿਕ ਵਹੀਕਲ ਦੇ ਵਿੱਚ ਲਿਥੀਅਮ ਦੀ ਪ੍ਰੋਬਲਮ ਆਉਣੀ ਆ ਰਾ ਮਟੀਰੀਅਲ ਦੇ ਤੌਰ ਦੇ ਉੱਤੇ। ਉਹਨੂੰ ਪ੍ਰੋਡਿਊਸ ਕਰਨ ਦੇ ਲਈ ਆਪਾਂ ਕਿੰਨਾ ਕਾਰਬਨ ਖਰਚ ਕਰ ਰਹੇ ਆ, ਕਿਹੜੇ ਮੁਲਕ ਤੇ ਉਹ ਰਾ ਮਟੀਰੀਅਲ ਦੇ ਤੌਰ ਦੇ ਉੱਤੇ ਆਉਣਾ, ਉਹ ਕਿੰਨਾ ਟਰੈਵਲ ਕਰਕੇ ਇੱਥੇ ਆਊਗੀ, ਰਸਤੇ 'ਚ ਖੁਦ ਕਿੰਨਾ ਇਮਿਸ਼ਨ ਹੋਊਗਾ, ਇਵੈਂਚੁਅਲੀ ਜਦੋਂ ਬਣ ਕੇ ਕਿਸੇ ਤੱਕ ਪਹੁੰਚੂਗੀ ਉਹ ਗੱਡੀ ਚੱਲੂਗੀ ਤਾਂ ਉਹਨੇ ਕਿੰਨਾ ਸੇਵ ਕਰਨਾ ਆ, ਉਹ ਇੱਕ ਵੱਖਰੀ ਜਿਹੜਾ ਮਸਲਾ ਬਣ ਜਾਂਦਾ ਆ। ਸੋ ਕਈ ਟੈਕਨੋਲੋਜੀਜ਼ ਜਿਹੜੀਆਂ ਇਸ ਟਾਈਮ ਫਾਈਟਿੰਗ ਦੇ ਲਈ ਕਹਿ ਲਓ ਵੀ ਕਲਾਈਮੇਟ ਚੇਂਜ ਨੂੰ ਆ ਰਹੀਆਂ ਆ। ਹਾਈਡਰੋਜਨ ਇਲੈਕਟ੍ਰੋਲਾਈਜ਼ਰਸ IMF ਜਿਹੜਾ ਖੁਦ ਦੱਸਦਾ ਆ, ਇੰਟਰਨੈਸ਼ਨਲ ਮੋਨੇਟਰੀ ਫੰਡ, ਉਹ ਕਹਿੰਦੇ ਆ ਵੀ ਇਹ ਕਿਊਮੂਲੇਟਿਵ ਤੌਰ ਦੇ ਉੱਤੇ ਜਿਹੜੀਆਂ ਐਮਿਸ਼ਨਸ ਨੂੰ ਜੇ ਰੋਕਣਾ ਆ ਤਾਂ 2030 ਤੋਂ 2050 ਦੇ ਵਿੱਚ 15% ਜਿਹੜਾ ਹਾਈਡਰੋਜਨ ਇੱਕ ਇਲੈਕਟ੍ਰੋਲਾਈਜ਼ਰ ਤੇ ਐਡਵਾਂਸਡ ਜਿਹੜੀਆਂ ਬੈਟਰੀਜ਼ ਆ, ਡਾਇਰੈਕਟ ਏਅਰ ਕੈਪਚਰ ਤੇ ਸਟੋਰੇਜ ਦੇ ਨਾਲ ਆਪਾਂ ਕਾਫੀ 15% ਤੱਕ ਕਾਰਬਨ ਨੂੰ ਕੈਪਚਰ ਜਿਹੜਾ ਉਹ ਕਰ ਸਕਦੇ ਆ। ਤੇ ਸਭ ਤੋਂ ਵੱਡਾ ਨੈਚੁਰਲ ਮਿਲਣ ਵਾਲੀ ਜਿਹੜੀ ਚੀਜ਼ ਆ ਕਾਰਬਨ ਕੈਪਚਰ ਕਰਨ ਵਾਲੀ, ਉਹ ਰੁੱਖ ਆ। ਸੋ ਉਹ ਵੱਧ ਤੋਂ ਵੱਧ ਵੀ ਆਪਾਂ ਨੂੰ ਲਾਉਣੇ ਚਾਹੀਦੇ ਆ। ਜੀ ਬਿਲਕੁਲ ਜੀ। ਸੋ ਅੱਜ ਕੱਲ੍ਹ ਦੇ ਬਾਰੇ ਆਪਾਂ ਨਾ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਚਲੇ ਜਾਏ ਕਿ ਆਮ ਤੌਰ ਤੇ ਉੱਤੇ ਜਦੋਂ ਅਸੀਂ ਦੇਖਦੇ ਆ ਗਲੋਬਲ ਵਾਰਮਿੰਗ ਦੇ ਇੰਪੈਕਟ ਹੈ ਨਾ, ਵਰਲਡ ਇਕਨੋਮਿਕ ਫੋਰਮ ਅਸੀਂ ਉਹਦੇ ਬਾਰੇ ਅਸੀਂ ਵਾਰ-ਵਾਰ ਗੱਲ ਕਰਦੇ ਆ, ਉਹ ਡੇਟਾ ਕਾਫੀ ਇਕੱਠਾ ਕਰਦੇ ਆ। ਉਹਦੇ ਵਿੱਚ ਅਸੀਂ ਕੁਛ ਇੰਪੈਕਟ ਦੀ ਗੱਲ ਕੀਤੀ ਜਿਹਦੇ ਵਿੱਚ ਐਕਸਟ੍ਰੀਮ ਵੈਦਰ ਹੋ ਗਿਆ, ਲਾਈਵਲੀਹੁੱਡ ਕ੍ਰਾਈਸਿਸ, ਮਾਈਗ੍ਰੇਸ਼ਨ ਇਹਦੇ 'ਚ ਆ ਗਈ ਹੈ ਨਾ। ਸੋ ਇਹ ਸਾਰੇ ਜਿਹੜੇ ਇੰਪੈਕਟ ਹੈ ਇਮੀਡੀਏਟ ਇੰਪੈਕਟ ਸਾਨੂੰ ਦੇਖਣ ਨੂੰ ਮਿਲਦੇ, ਸ਼ਾਰਟ ਟਰਮ ਇੰਪੈਕਟ 0 to 2 years ਹੈ ਨਾ। ਪਰ ਮੀਡੀਅਮ ਟਰਮ ਇੰਪੈਕਟ ਦੀ ਵੀ ਗੱਲ ਕਰਦੇ ਆ, ਤੇ ਮੀਡੀਅਮ ਟਰਮ ਇੰਪੈਕਟ ਦੇ ਵਿੱਚ ਕੁਛ ਹੋਰ ਚੀਜ਼ਾਂ ਜਿਹ 'ਚ ਡੈਟ ਕ੍ਰਾਈਸਿਸ ਆ ਗਿਆ। ਜਦੋਂ ਤੁਹਾਨੂੰ ਮੰਨ ਲਓ ਕਿ ਕੋਈ ਚੀਜ਼, ਮੈਂ ਮਿਸਾਲ ਲੈਣਾ ਵੀ ਸ਼ਾਇਦ ਹਰਜੋਤ ਸਿੰਘ ਭਾਜੀ ਹੁਣ ਇਹਦੇ ਬਾਰੇ ਜ਼ਿਆਦਾ ਡਿਟੇਲ ਦੱਸ ਸਕਦੇ ਆ ਕਿ ਕਈ ਇੰਸ਼ੋਰੈਂਸ ਕੰਪਨੀਜ਼ ਆ ਉਹਨਾਂ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ ਹੈ। ਘਰਾਂ ਦੀ ਬਿਲਕੁਲ ਘਰਾਂ ਦੀ ਹੈ ਨਾ, ਰੀਅਲ ਏਸਟੇਟ, ਵਾਈਲਡ ਫਾਇਰਸ ਦਾ ਖਤਰਾ ਦੱਸਦੇ ਆ। ਹਾਂਜੀ, ਤੇ ਵਾਈਲਡ ਫਾਇਰ ਦਾ ਜਿਹੜਾ ਮੇਨ ਇੱਕ ਕੰਟਰੀਬਿਊਸ਼ਨ ਵੱਡਾ ਉਹ ਕਲਾਈਮੇਟ ਚੇਂਜ ਮੰਨਿਆ ਜਾ ਸਕਦਾ। ਉਹਦੇ ਕਰਕੇ ਜਦੋਂ ਤੁਹਾਡਾ ਨੁਕਸਾਨ ਹੋ ਜਾਂਦਾ ਤੁਸੀਂ ਡੈਟ ਕ੍ਰਾਈਸਿਸ ਵਿੱਚ ਆ ਜਾਂਦੇ। ਡੈਟ ਕ੍ਰਾਈਸਿਸ, ਫਿਰ ਉਸ ਤੋਂ ਬਾਅਦ ਜੀਓ ਇਕਨੋਮਿਕ ਕਨਫਰੰਟੇਸ਼ਨ ਆਪਾਂ ਆਲਰੇਡੀ ਦੇਖ ਰਹੇ ਹਾਂ। ਮਾਈਗ੍ਰੇਟਰੀ ਕ੍ਰਾਈਸਿਸ ਹੈ ਨਾ, ਮੈਕਸੀਕੋ ਦੇ ਬਾਰਡਰ ਦੇ ਉੱਤੇ ਜਾਂ ਹੋਰ ਦੁਨੀਆ ਭਰ ਦੇ ਵਿੱਚ ਹੋ ਰਿਹਾ। ਉਸ ਤੋਂ ਬਾਅਦ ਬਾਇਓਡਾਇਵਰਸਿਟੀ ਦਾ ਲਾਸ, ਕਈ ਸਪੀਸ਼ੀਜ਼ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ। ਐਸੈਟ ਬਬਲ ਬਰਸਟ, ਕਿਸੇ ਟਾਈਮ ਦੇ ਉੱਤੇ ਐਸੈਟ ਦੀ ਪ੍ਰਾਈਸ ਹੀ ਖਤਮ ਹੋ ਜਾਂਦੀ। ਮੰਨ ਲਓ ਜਿੱਦਾਂ ਅਸੀਂ ਮਿਆਮੀ ਦੀ ਗੱਲ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਸਮੁੰਦਰ ਥੱਲੇ ਚਲੇ ਜਾਣ ਤੋਂ ਐਸੈਟ ਦੀ ਪ੍ਰਾਈਸ ਵੈਲਿਊ ਹੀ ਰਹਿਣੀ ਹੈ। ਤੇ ਲੌਂਗ ਟਰਮ ਇੰਪੈਕਟ 5 ਤੋਂ 10 ਸਾਲ ਦਾ, ਉਹਦੇ ਵਿੱਚ ਵੀ ਅਸੀਂ ਦੇਖਦੇ ਕਿ ਜੀਓਪੋਲੀਟੀਕਲ ਰਿਸੋਰਸ ਕੰਟੈਸਟੇਸ਼ਨ ਹੋ ਜਾਣੀ। ਜਦੋਂ ਸਾਧਨਾਂ ਦੀ ਕਮੀ ਹੋ ਜਾਏ ਹੈ ਨਾ, ਤੇ ਫਿਰ ਸਾਰੇ ਜਿਹੜੀ ਵੱਡੀ ਤਾਕਤ ਹੁੰਦੀ ਹੈ ਉਹਨਾਂ ਸਾਧਨਾਂ ਦੇ ਕਬਜ਼ੇ ਦੀ ਲੜਾਈ ਹੋ ਜਾਂਦੀ ਹੈ। ਬਿਲਕੁਲ। ਸੋ ਸੋਸ਼ਲ ਕੋਹੀਜ਼ਨ ਇਰੋਜ਼ਨ, ਯਾਨੀ ਕਿ ਜਿਹੜੇ ਲੋਕੀ ਸੁਖੀ ਵਾਸਤੇ ਹੀ ਇੱਕ ਦੂਜੇ ਤੋਂ ਸਾਧਨ ਘੱਟ ਜਾਂਦੇ ਆ, ਫਿਰ ਆਪਸੀ ਲੜਾਈਆਂ ਸ਼ੁਰੂ ਹੋ ਜਾਂਦੀਆਂ ਹੈ ਨਾ। ਨੈਚੁਰਲ ਰਿਸੋਰਸਿਸ ਕ੍ਰਾਈਸਿਸ ਹੋ ਜਾਂਦੇ ਆ। ਸੋ ਇਹ ਸਾਰੇ ਜਿਹੜੇ ਇੰਪੈਕਟ ਆ ਸਾਨੂੰ ਲੱਗਦਾ ਕਿ ਸਾਨੂੰ ਸਿੱਧੇ ਤੌਰ ਤੇ ਇੰਪੈਕਟ ਨਹੀਂ ਕਰਦੇ, ਪਰ ਇਹ ਚੀਜ਼ ਧਿਆਨ ਰੱਖਣ ਵਾਲੀ ਲੋੜ ਆ ਵੀ ਇਹ ਇੰਪੈਕਟ ਸਾਨੂੰ ਕਰਨਗੇ। ਪਰ ਉਹ ਇਹ ਟੈਕਨੋਲੋਜੀ ਕੋਲ ਜਿਹੜੀ ਹੁਣ ਆਪਾਂ ਗੱਲ ਦੇ ਉੱਤੇ ਆਉਂਦੇ ਆ, ਆਪਾਂ ਟੈਕ ਟਾਕ ਸ਼ੋ ਕਰਦੇ ਪਏ ਆ, ਇਹ ਟੈਕਨੋਲੋਜੀ ਕੋਲ ਇਹਦੇ ਹੱਲ ਹੈਗੇ ਆ ਹੈ ਨਾ। ਚਲੋ ਕੰਟਰੀਬਿਊਸ਼ਨ ਵੀ ਇਹਦਾ ਸਭ ਤੋਂ ਵੱਡਾ ਟੈਕਨੋਲੋਜੀ ਦਾ ਹੀ ਕਾਰਨ ਸੀ, ਪਰ ਟੈਕਨੋਲੋਜੀ ਕੋਲ ਇਹਦੇ ਹੱਲ ਹੈਗੇ ਆ। ਪਰ ਇੱਛਾ ਸ਼ਕਤੀ ਹੈ ਕਿ ਨਹੀਂ, ਉਹ ਇੱਕ ਵੱਖਰਾ ਵਿਸ਼ਾ ਵਾ। ਇੱਛਾ ਸ਼ਕਤੀ, ਪੋਲੀਟੀਕਲ ਇੱਛਾ ਸ਼ਕਤੀ, ਇਹ ਦੋ ਵੱਖ-ਵੱਖ ਚੀਜ਼ਾਂ ਜਿਹੜੀਆਂ ਆ ਆਪਣੇ ਪੱਧਰ ਦੇ ਉੱਤੇ ਆਪਾਂ ਨੂੰ ਇਹ ਜ਼ਰੂਰ ਦੇਖਣੀਆਂ ਪੈਣੀਆਂ ਆ ਵੀ ਕਿੱਦਾਂ ਇਸ ਦੇ ਵਿੱਚ ਕਰੀਏ। ਅਮਰੀਕਾ ਦਾ ਨਾ ਇੱਕ ਆંકੜਾ ਹਰਵਿੰਦਰ ਬੜਾ ਰੌਚਕ ਆ।
ਮੈਂ ਜੀ, ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਸ਼ੇਅਰ ਕਰੀਏ ਵੀ ਬਿਜਲੀ ਜਿੰਨੀ ਜਨਰੇਟ ਹੁੰਦੀ ਆ, ਉਹਦੇ ਵਿੱਚੋਂ ਵੇਸਟ ਬਹੁਤ ਹੁੰਦੀ ਆ। ਜੀ, ਆਪਾਂ ਦੇਖਦੇ ਹੀ ਆ, ਉੱਦਾਂ ਸੋਹਣੀਆਂ ਲੱਗਦੀਆਂ ਬਿਲਡਿੰਗਾਂ, ਸਾਰੀ ਰਾਤ ਜਗਦੀਆਂ ਰਹਿਣ, ਸਾਰੀਆਂ ਲਾਈਟਾਂ ਜਗਦੀਆਂ ਰਹਿਣ, ਪਰ ਮੋਸਟ ਆਫ ਦੈਟ ਇਲੈਕਟ੍ਰਿਸਿਟੀ ਇਜ਼ ਵੇਸਟਡ। 2017 ਦੇ ਵਿੱਚ 67% ਐਨਰਜੀ ਜਿਹੜੀ ਯੂਐਸ ਦੇ ਵਿੱਚ ਜਨਰੇਟ ਹੋਈ, ਉਹ ਰਿਜੈਕਟਡ ਐਨਰਜੀ ਸੀ। ਜਸਟ ਇਮੈਜਿਨ, ਲਾਈਕ 2/3 ਜਿਹੜੀ એનર્ਜੀ ਆਪਾਂ ਜਨਰੇਟ ਕੀਤੀ, ਉਹ ਵੇਸਟਡ ਜਾਂ ਰਿਜੈਕਟਡ એનર્ਜੀ ਦੇ ਤੌਰ ਦੇ ਉੱਤੇ ਰਹਿੰਦੀ ਆ। ਕਿੰਨਾ ਜਿਹੜਾ ਇਸ ਦਾ ਇੰਪੈਕਟ ਆ, ਜੇ ਉਹੀ એનર્ਜੀ ਆਪਾਂ ਸਹੀ ਢੰਗ ਦੇ ਨਾਲ ਵਰਤੀਏ ਤਾਂ ਸ਼ਾਇਦ ਜ਼ਿਆਦਾ ਪ੍ਰੋਡਿਊਸ ਨਾ ਕਰਨੀ ਪਵੇ। ਜਦੋਂ ਜ਼ਿਆਦਾ ਪ੍ਰੋਡਿਊਸ ਨਹੀਂ ਕਰਨੀ ਪਊਗੀ ਤਾਂ ਆਟੋਮੈਟਿਕਲੀ ਵੀ ਵਿਲ ਹੈਵ ਮੋਰ ਵਿਗਲ ਰੂਮ, ਆਪਣੇ ਕੋਲ ਥੋੜਾ ਆ ਉਹ ਜ਼ਿਆਦਾ ਹੋਊਗਾ। ਸੋ ਜੀ। ਇਹ ਇੱਕ ਉਹਦਾ ਹੁਣ ਹਾਂਜੀ। ਜੀ, ਉਹਦਾ ਇੱਕ ਹੋਰ ਵੀ ਵੱਡਾ ਫੈਕਟਰ ਹੈਗਾ, ਐਂਡ ਮੈਨੂੰ ਇਹ ਇਸ ਲਈ ਵੀ ਮੈਂ ਕਹਿ ਸਕਦਾ ਕਿਉਂਕਿ ਮੇਰਾ ਮਾਸਟਰਸ ਦਾ ਇਹਦਾ ਪ੍ਰੋਜੈਕਟ ਵੀ ਰਿਹਾ ਇੱਕ। ਉਹ ਹੈਗਾ ਕਿ ਇੱਕ ਤਾਂ ਕੰਜ਼ੰਪਸ਼ਨ ਦੇ ਬੇਸਡ ਹੈ ਹੀ ਆ। ਨੰਬਰ 2 ਤੇ ਟਰਾਂਸਮਿਸ਼ਨ ਲਾਸਿਸ ਤੇ ਸਟੋਰੇਜ ਦੀ ਇਨਐਫੀਸ਼ੀਐਂਸੀ ਵੀ ਬਹੁਤ ਹੈ। ਇਨਐਫੀਸ਼ੀਐਂਸੀ ਆ। ਹੈ ਨਾ? ਸਟੋਰੇਜ ਦੀ ਇਹ ਹੈ ਕਿ ਜਿਹੜਾ ਹੁਣ ਸੋਲਰ ਆ, ਦਿਨ ਵੇਲੇ ਸੋਲਰ ਬਹੁਤ ਆਪਾਂ ਨੂੰ ਕੈਲੀਫੋਰਨੀਆ 'ਚ ਮਿਲ ਜਾਂਦਾ ਸੂਰਜ ਕਰਕੇ। ਹੈ Yeah, ਨਾ? ਰਾਤ ਨੂੰ ਕੰਜ਼ੰਪਸ਼ਨ ਵੀ ਘੱਟ ਜਾਂਦੀ ਆ। ਤੇ ਉਸ ਤੋਂ ਬਾਅਦ ਇਹ ਆ ਵੀ ਜਿਹੜੀ ਦਿਨ ਵੇਲੇ ਪ੍ਰੋਡਿਊਸ ਹੋਈ ਹੋਈ એનર્ਜੀ ਆ, ਉਹ ਉਹਨੂੰ ਵੇਸਟ ਹੋ ਆਪਾਂ ਜਾਂਦੀ ਹੈ। ਹਾਫ ਆਵਰ ਦੇ ਉੱਤੇ ਕਿੱਦਾਂ ਯੂਜ਼ ਕਰੀਏ, ਸਟੋਰੇਜ ਉਹਦੀ ਕਿੱਦਾਂ ਕਰੀਏ, ਕੀ ਬੈਟਰੀਜ਼ ਆ, ਬੈਟਰੀ ਹੁਣ ਬੈਟਰੀਜ਼ ਹਾਲ ਦੀ ਘੜੀ ਪਤਾ ਨਹੀਂ ਕਿੰਨੀਆਂ ਕੁ ਐਫੀਸ਼ੀਐਂਟ ਆ, ਕਿੰਨੀਆਂ ਹਾਂਜੀ, ਕਿ ਨਹੀਂ। ਉਹ ਵੱਡਾ ਉਹ ਟੈਕਨੋਲੋਜੀ ਦਾ ਇੱਕ ਖੇਤਰ ਆ। ਇਹਨੂੰ ਜੀ, ਹੋਰ ਕਿੱਦਾਂ ਆਪਾਂ ਬਿਹਤਰ ਬਣਾਉਣਾ, ਐਫੀਸ਼ੀਐਂਸੀ ਇਹਦੀ ਜੀ। ਕਿੱਦਾਂ ਉਹਦਾ ਉਹਦਾ ਫਿਰ ਮੇਰਾ ਇੱਕ ਥੀਸਿਸ ਉਹਦੇ ਵਿੱਚ ਇਹ ਸੀ, ਮੈਂ ਥੋੜਾ ਆਪਣੀ ਪਬਲਿਸਿਟੀ ਵਾਲੀ ਵੀ ਗੱਲ ਆ ਇੱਕ, ਪਰ ਉਹਦਾ ਇੱਕ ਪਹਿਲੇ ਥੀਸਿਸ ਇਹ ਜ਼ਰੂਰ ਸੀ। ਕਰਨੀ ਚਾਹੀਦੀ ਆ। ਉਹਦਾ ਜਿਹੜਾ ਮੇਰਾ ਪ੍ਰੋਜੈਕਟ, ਉਹਦਾ ਥੀਸਿਸ ਇਹ ਸੀ ਕਿ ਅਸੀਂ ਉਹਨੂੰ ਦੇਖੋ, એનર્ਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਟ ਬੀ ਡਿਸਟਰॉयਡ, ਇਟ ਕੈਨ ਬੀ ਕਨਵਰਟਡ ਫਰਮ ਵਨ ਫਾਰਮ ਵਨ ਟੂ ਤੋਂ ਅਨਦਰ। ਸੋ ਅਸੀਂ ਉਸ ਇਲੈਕਟ੍ਰੀਕਲ એનર્ਜੀ ਦੇ ਨਾਲ ਉਹਨੂੰ ਐਜ਼ ਅ ਪ੍ਰੈਸ਼ਰ ਪੋਟੈਂਸ਼ੀਅਲ એનર્ਜੀ ਦੇ ਤੌਰ ਦੇ ਉੱਤੇ ਕੰਪਰੈਸ ਗੈਸ ਦੇ ਵਿੱਚ ਸਟੋਰ ਕਰ ਸਕਦੇ ਹਾਂ। ਹੂੰ ਜਿਹੜੀ ਕਿ ਲੋਡ ਪੈਣ ਦੇ ਉੱਤੇ ਅਸੀਂ ਉਹਨੂੰ ਕੰਪਰੈਸ ਨੂੰ ਡੀਕੰਪਰੈਸ ਕਰ ਸਕਦੇ ਤੇ ਟਰਬਾਈਨ ਨੂੰ ਚਲਾ ਸਕਦੇ। ਇਹ ਪ੍ਰੋਜੈਕਟ ਦਾ ਥੀਸਿਸ ਸੀ ਉਹ। ਸੋ ਮੇਰੇ ਇਹ ਗੱਲ ਕਰਨ ਦਾ ਤੇ ਮਤਲਬ ਇਹ ਆ ਕਿ ਜਿੱਦਾਂ ਪਹਿਲਾਂ ਕਿਹਾ ਵੀ ਟੈਕਨੋਲੋਜੀ ਕੋਲ ਕਲਾਈਮੇਟ ਚੇਂਜ ਦੇ ਸੋਲੂਸ਼ਨ ਹੈਗੇ ਆ। ਹੂੰ ਪਰ ਹੁਣ ਆਪਾਂ ਅਗਲੀ ਜਿਹੜੀ ਇਹਦੇ ਵਿੱਚ ਗੱਲ ਆਉਂਦੇ ਕਿ ਇੱਛਾ ਸ਼ਕਤੀ ਦੀ ਜਿਹੜੀ ਗੱਲ ਕੀਤੀ ਸੀ, ਬਿਲਕੁਲ। ਉਹਦੇ ਵਿੱਚ ਉਹ ਸਮਝਣ ਤੋਂ ਪਹਿਲੇ ਅਸੀਂ ਦੇਖੀਏ ਕਿ ਦੁਨੀਆ ਭਰ ਦੇ ਦੇਸ਼ਾਂ ਦੀ ਗੱਲ ਕਰੀਏ ਕਿ ਸਭ ਤੋਂ ਵੱਧ ਜਿਹੜਾ ਕਲਾਈਮੇਟ ਚੇਂਜ ਦਾ ਇੰਪੈਕਟ ਕਿੱਥੇ ਪੈਣਾ, ਹੈ ਨਾ? ਸੋ ਉਹਦੇ ਕੋਲ ਮੇਰੇ ਕੋਲ ਜਿਹੜਾ ਡੇਟਾ ਵਾ ਵੀ ਜਿਹੜੀ ਕੰਟਰੀ ਸਭ ਤੋਂ ਵੱਧ ਕਲਾਈਮੇਟ ਚੇਂਜ ਨਾਲ ਇੰਪੈਕਟਡ ਹੋਣਗੇ, ਉਹਨਾਂ 'ਚ ਨੰਬਰ 1 ਆਉਂਦਾ ਅਫਗਾਨਿਸਤਾਨ। ਹੂੰ ਠੀਕ ਆ? ਸੋ ਕੀ ਕਾਰਨ ਅਫਗਾਨਿਸਤਾਨ ਦੱਸਦੇ ਆ? ਹਾਂਜੀ, 1950 ਤੋਂ ਲੈ ਕੇ 2010 ਤੱਕ ਜਿਹੜਾ ਟੈਂਪਰੇਚਰ, ਐਵਰੇਜ ਟੈਂਪਰੇਚਰ ਅਫਗਾਨਿਸਤਾਨ ਦੇ ਵਿੱਚ ਤਕਰੀਬਨ 1.8 ਡਿਗਰੀ ਸੈਲਸੀਅਸ ਵਧਿਆ। ਹੂੰ ਵਾਓ। ਸੋ ਉਹ ਜਿਹੜੇ ਆ ਅਫਗਾਨਿਸਤਾਨ ਨੰਬਰ 1 ਦੇ ਉੱਤੇ ਲਿਸਟ ਵਿੱਚ ਆਉਂਦਾ। ਫਿਰ ਨੰਬਰ 2 ਦੇ ਉੱਤੇ ਆਉਂਦਾ ਬੰਗਲਾਦੇਸ਼। ਹੈ ਨਾ? ਤੇ ਬੰਗਲਾਦੇਸ਼ ਤੋਂ ਕੋਈ ਬਾਹਲਾ ਹੀ ਪਿੱਛੇ ਫਿਲੀਪੀਨਸ ਜਾਂ ਹੋਰ ਨਹੀਂ ਹੈਗੇ, ਕਿਉਂਕਿ ਉਹ ਸਮੁੰਦਰ ਦੇ ਨਾਲ ਲੱਗਦੇ ਆ। ਹੂੰ 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 ਸੋ ਸੋ ਉਸ ਇਹ ਤੋਂ ਬਾਅਦ 1 ਡਿਗਰੀ ਜਾਂ ਉਹਦੇ ਇਰਦ ਗਿਰਦ 1 ਡਿਗਰੀ ਤੋਂ ਕਾਫੀ ਵੱਧ ਜਿਹੜਾ ਤਾਪਮਾਨ ਇਹਨਾਂ ਦਾ ਵਧਿਆ ਐਵਰੇਜ। ਜੀ, ਸੋ ਅੱਜ ਦੇ ਦਿਨ ਦੇ ਵਿੱਚ ਵੀ ਯੂਐਸ ਏਡ ਦੀ ਰਿਪੋਰਟ ਸੀ, ਉਹ ਕਹਿੰਦੀ ਆ ਕਿ ਤਕਰੀਬਨ 89% 90% ਜਿਹੜੇ ਬੰਗਲਾਦੇਸ਼ੀ ਲੋਕ ਆ, ਜਿਨ੍ਹਾਂ ਦੀ ਗਿਣਤੀ 143 ਮਿਲੀਅਨ ਦੇ ਆਸ-ਪਾਸ ਆ, ਉਹ ਜਾਂ ਤੇ ਹਾਈ ਤੇ ਜਾਂ ਵੈਰੀ ਹਾਈ ਕਲਾਈਮੇਟ ਐਕਸਪੋਜ਼ਰ ਏਰੀਆ ਦੇ ਵਿੱਚ ਰਹਿੰਦੇ ਆ। ਠੀਕ ਆ? ਤੇ ਉਹਦੇ ਵਿੱਚ ਇਹ ਆ ਕਿ ਜੇ ਇਸੇ ਤਰ੍ਹਾਂ ਹੀ ਕੰਮ ਜਿਹੜਾ ਉਹ ਚੱਲਦਾ ਰਿਹਾ ਤੇ 2050 ਦੇ ਵਿੱਚ 75% ਬੰਗਲਾਦੇਸ਼ੀ ਅੰਡਰ ਵਾਟਰ ਹੋ ਜਾਣਗੇ। ਸੋ ਤੁਸੀਂ ਇੰਪੈਕਟ ਦੇਖੋ। ਉਸ ਤੋਂ ਬਾਅਦ ਤੀਜੇ ਦੇਸ਼ ਦੀ ਗੱਲ ਕਰਦੇ ਹੋ, ਅਫਰੀਕਨ ਕੰਟਰੀਜ਼ ਕਾਫੀ ਹੈ ਇਹਦੇ ਵਿੱਚ। ਤੀਜੇ ਨੰਬਰ ਤੇ ਚੈਡ ਦੀ ਗੱਲ ਆਉਂਦੀ ਆ। ਫਿਰ ਗਰੀਬ ਹੋਰ ਮੁਲਕ ਹੈ ਇੱਕ ਹਾਈਤੀ, ਆਪਣਾ ਅਮਰੀਕਾ ਦੇ ਮੁਲਕ ਆ, ਅਮਰੀਕਨ ਕੰਟੀਨੈਂਟ ਦਾ ਮੁਲਕ ਆ। ਫਿਰ ਕੀਨੀਆ, ਮਲਾਵੀ, ਨਾਈਜਰ, ਤੇ ਫਿਰ 8ਵੇਂ ਨੰਬਰ ਦੇ ਉੱਤੇ ਪਾਕਿਸਤਾਨ ਆਉਂਦਾ। ਤੁਸੀਂ ਪਹਿਲਾਂ ਗੱਲ ਕੀਤੀ ਕਿ ਹੈ ਨਾ, ਪਾਕਿਸਤਾਨ ਜਿਹੜਾ ਵਾ ਉਹ ਉਹਦਾ ਜਿਹੜੇ 50 ਡਿਗਰੀ ਤੋਂ ਵੱਧ ਡਿਗਰੀ ਜੈਕੋਬਾਬਾਦ ਸਿੰਧ ਦੇ ਵਿੱਚ ਹੈ ਨਾ 53 ਡਿਗਰੀ ਤੱਕ ਤਾਪਮਾਨ ਵੀ ਰਿਕਾਰਡ ਕੀਤਾ ਗਿਆ। ਸੋ ਉਹਦੇ ਵਿੱਚ ਇਹ ਹੈ ਕਿ ਪਾਕਿਸਤਾਨ ਦਾ ਜਿਹੜਾ ਟੈਂਪਰੇਚਰ ਆ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅਗਲੇ 3 ਦਹਾਕਿਆਂ ਦੇ ਵਿੱਚ 4 ਡਿਗਰੀ ਫਾਰਨਹਾਈਟ ਤੱਕ ਜਿਹੜਾ ਉਹਦਾ ਟੈਂਪਰੇਚਰ ਵਧੇਗਾ। ਤੇ ਉਹਦੇ ਜਿਹੜੇ ਗਲੇਸ਼ੀਅਰ ਆ ਜਿਨ੍ਹਾਂ ਵਿੱਚ ਆਪਣੇ ਵੀ ਆਉਂਦੇ ਆ ਹਿੰਦੂ ਕੁਸ਼ ਏਰੀਆ ਦੇ ਵਿੱਚ ਜਾਂ ਹਿਮਾਲਿਆਸ ਦੇ, ਤੇ ਉਹ ਕੀ ਹੋਣਗੇ ਕਿ ਬਹੁਤ ਜ਼ਿਆਦਾ ਗਰਮੀ ਪੈਣ ਦੇ ਨਾਲ ਮੈਲਟ ਹੋਣਗੇ, ਜਿਹਦੇ ਕਰਕੇ ਮੈਸਿਵ ਫਲੱਡਿੰਗ ਹੋਣੀ ਹੈ। ਫਿਰ ਉਹਦੀ ਪਹਿਲਾਂ ਫਲੱਡਿੰਗ ਆਉਣੀ ਹੈ ਤੇ ਬਾਅਦ ਵਿੱਚ ਪੀਣ ਜੋਗਾ ਪਾਣੀ ਵੀ ਨਹੀਂ ਰਹਿਣਾ। ਸੋ ਪਾਕਿਸਤਾਨ ਵੀ ਬਹੁਤ ਜ਼ਿਆਦਾ ਇੰਪੈਕਟਡ ਆ। ਸੋ ਸੋਮਾਲੀਆ ਅਗਲੇ ਲਿਸਟ ਵਿੱਚ ਆਉਂਦਾ ਤੇ ਸੁਡਾਨ। ਹੁਣ ਮੈਂ ਇਹ ਦੇਸ਼ਾਂ ਦੇ ਨਾਂ ਰਾਜ ਕਰਨੇ ਇਸ ਲਈ ਲਏ ਆ, ਅਸੀਂ ਇੱਛਾ ਸ਼ਕਤੀ ਦੀ ਗੱਲ ਕੀਤੀ ਤੇ ਅਸੀਂ ਸਾਰੇ ਦੇਸ਼ ਵੇਖੇ ਇਹ ਗਰੀਬ ਦੇਸ਼ ਡਿਵੈਲਪਿੰਗ ਜਾਂ ਗਰੀਬ, ਬਿਲਕੁਲ। ਨਾ ਤੇ ਇਹਨਾਂ ਕੋਲ ਐਡਵੋਕੇਸੀ ਪਾਵਰ ਆ ਇੰਨੀ ਵੀ ਇਹ
ਦੁਨੀਆ ਹੂੰ। ਭਰ ਦੀ ਪਾਲਿਸੀਜ਼ ਨੂੰ ਇੰਪੈਕਟ ਕਰ ਸਕਣ। ਇਹ ਵੈਸਟ ਦੇ ਉੱਤੇ ਜਾਂ ਵੱਡੇ ਮੁਲਕਾਂ ਤੇ ਨਿਰਭਰ ਆ। ਡਿਪੈਂਡੈਂਟ ਆ, ਹੈ ਨਾ। ਹੂੰ। ਸੋ ਉਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਕਿ ਜਿਹੜੀ ਇਕੁਇਟੀ ਆ, ਜਿਹੜੇ ਵੱਡੇ ਮੁਲਕ ਆ, ਉਹ ਕਿੰਨੀ ਕੁ ਇਹਨਾਂ ਉੱਤੇ ਵਰਤਦੇ ਲਾਉਂਦੇ ਆ। ਹਾਂਜੀ। ਹਾਂ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ। ਹਾਂ, ਪਰ ਇਹ ਆ ਵੀ ਟੈਕਨੋਲੋਜੀ ਦੇਖੋ ਮਦਦ ਡੈਫੀਨਿਟਲੀ ਇਸ ਦੇ ਵਿੱਚ ਕਰ ਸਕਦੀ ਆ। ਆਪਾਂ ਨੂੰ ਦੇਖਣਾ ਪੈਣਾ। ਬਾਕੀ ਇਹ ਆ ਵੀ ਜਿਹੜਾ ਪਰਸਨਲ ਪੱਧਰ ਦੇ ਉੱਤੇ ਜਿਹੜੇ ਆਪਾਂ ਚੀਜ਼ਾਂ ਕਰਦੇ ਆ, ਉਹਨੂੰ ਜਿਹੜਾ ਉਹ ਦੇਖੀਏ ਕਿਵੇਂ ਜਿਹੜਾ ਉਹ ਕਰ ਸਕਦੇ ਆ। ਬਾਕੀ ਇਹਨਾਂ ਟੈਕਨੋਲੋਜੀਜ਼ ਨੂੰ ਐਕਸਪਲੋਰ ਕਰੋ। ਫਿਊਚਰ ਆ, ਓਪਰਚੁਨਿਟੀਜ਼ ਜਿਹੜੀਆਂ ਤੁਹਾਡੇ ਕੋਲ ਹੋਣਗੀਆਂ। ਤੁਸੀਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹਰਵਿੰਦਰ ਵੀ, ਇੱਕ ਆਪਸ਼ਨ ਤੁਹਾਨੂੰ ਜਿਹੜੀ ਇਸ ਦੇ ਵਿੱਚ ਮਿਲ ਜਾਂਦੀ ਆ। ਬਾਕੀ ਐਨਰਜੀ ਦੀ ਵੇਸਟੇਜ ਨੂੰ ਆਪਾਂ ਰੋਕੀਏ। ਬੇਲੋੜੀਆਂ ਚੀਜ਼ਾਂ ਜਿਹੜੀਆਂ ਨਹੀਂ ਚਲਾਉਣ ਦੀ ਲੋੜ, ਉਹਨੂੰ ਨਾ ਚਲਾਓ। ਪਾਣੀ ਦੀ ਵੇਸਟੇਜ ਨੂੰ ਰੋਕੋ। ਜਿੱਥੇ ਉਹ ਤੋਂ ਬਗੈਰ ਸਰਦਾ ਆ, ਏਸੀ ਤੋਂ ਬਗੈਰ ਸਰਦਾ, ਜਾਂ ਜਿਹੜੀਆਂ ਪਲਾਂਟਸ ਨਹੀਂ ਵਰਤਣੇ, ਉਹਨਾਂ ਨੂੰ ਵਰਤਣਾ ਜਿਹੜਾ ਉਹ ਰੋਕੀਏ। ਦੇਖੀਏ, ਨੋ ਡਾਊਟ ਆਪਾਂ ਇਸ ਪੂਰੀ ਵੱਡੀ ਘੜੀ ਦੇ ਵਿੱਚ ਐਜ਼ ਇੰਡੀਵਿਜੂਅਲ ਇੱਕ ਬਹੁਤ ਛੋਟੀ ਜਿਹੀ ਸਮੁੰਦਰ ਦੇ ਵਿੱਚ ਬੂੰਦ ਵਾਂਗੂ ਆ, ਪਰ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਆ। ਸੋ ਆਪਾਂ ਸਾਰੇ ਜਾਣੇ ਇੱਦਾਂ ਦੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰਾਂਗੇ, ਆਪਣੀ ਮੈਂਟੈਲਿਟੀ ਬਦਲਦੀ ਆ। ਉਹ ਚੀਜ਼ ਆਪਾਂ ਚਾਹੁੰਦੇ ਆ ਵੀ ਆਪਣੇ ਲੀਡਰਸ ਦੇ ਵਿੱਚ ਫਿਰ ਆਵੇ, ਫਿਰ ਉਹਨਾਂ ਦੇ ਉੱਤੇ ਦਬਾਅ ਪੈਂਦਾ ਹੈ, ਤੇ ਫਿਰ ਇਵੈਂਚੁਅਲੀ ਉਹਨਾਂ ਨੂੰ ਕੋਈ ਨਾ ਕੋਈ ਇੱਦਾਂ ਦੇ ਕਦਮ ਚੁੱਕਣੇ ਪੈਂਦੇ ਆ। ਨੋ ਡਾਊਟ ਪੋਲੀਟੀਕਲ ਡਿਵਾਈਡ ਇਸ ਚੀਜ਼ ਦੇ ਉੱਤੇ ਆਪਣੇ ਇਸ ਮੁਲਕ ਦੇ ਵਿੱਚ ਵੀ ਆ, ਹੋਰ ਕਈ ਥਾਵਾਂ ਦੇ ਉੱਤੇ ਵੀ ਹੈਗਾ ਆ। ਪਰ ਦੇਖਣਾ ਪੈਣਾ, ਸਮਝਾਉਣਾ ਪੈਣਾ, ਤਾਂ ਹੀ ਜਿਹੜੀ ਉਹ ਗੱਲ ਬਣਨੀ ਆ। ਅੱਜ ਆਪਾਂ ਜੋ ਆਨੰਦ ਮਾਣ ਰਹੇ ਆ ਕੁਦਰਤ ਦੇ, ਮੇ ਵੀ ਆਪਣੇ ਨਿਆਣਿਆਂ ਨੂੰ ਉਹ ਫਿਰ ਕੁਦਰਤ ਦੇ ਉਹ ਆਨੰਦ ਮਾਣਨ ਨੂੰ ਨਾ ਮਿਲਣ। ਸੋ ਇਸ ਲਈ ਜ਼ਰੂਰ ਆਪਾਂ ਨੂੰ ਇਸ ਦੇ ਉੱਤੇ ਦੇਖਣਾ ਪੈਣਾ। ਤੇ ਬਾਕੀ ਜਿਹੜੇ ਇਹਨਾਂ ਟੈਕਨੋਲੋਜੀ ਦੇ ਉੱਤੇ ਕੰਮ ਕਰ ਰਹੇ ਆ, ਥੈਂਕ ਯੂ ਆਪਾਂ ਕਰ ਸਕਦੇ ਹਾਂ ਉਹਨਾਂ ਦਾ ਵੀ। ਚਲੋ ਚੰਗੀ ਗੱਲ ਆ ਵੀ ਆਪਣੇ ਰਹਿਣ ਲਾਇਕ, ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਰਹਿਣ ਲਾਇਕ ਇਸ ਨੂੰ ਬਣਾਉਣ ਦੇ ਲਈ ਜ਼ੋਰ ਉਹ ਲਗਾ ਰਹੇ। ਜੀ, ਸੋ ਪੋਜ਼ੀਟਿਵ ਚੀਜ਼ ਇਹਦੇ 'ਚ ਇਹ ਆ ਕਿ ਜਿਹੜੀ ਅਗਲੀ ਜਨਰੇਸ਼ਨ ਆ, ਉਹਦਾ ਕਾਫੀ ਧਿਆਨ ਕਲਾਈਮੇਟ ਟੈਕਨੋਲੋਜੀ ਦਾ। ਪੋਲੀਟਿਕਸ ਦੇ ਵਿੱਚ ਅਮਰੀਕਾ ਦਾ ਇੱਕ ਹਿੱਸਾ ਜਿਹੜਾ ਇਹਨੂੰ ਬਿਲਕੁਲ ਇਗਨੋਸਟਿਕ ਆ, ਉਹ ਆਪਣਾ ਮੰਨਦਾ ਨਹੀਂ ਆ, ਟੈਕਨੋਲੋਜੀ ਨਹੀਂ ਕਰਦਾ ਵੀ ਐਗਜ਼ਿਸਟ ਵੀ ਕਰਦਾ। ਇਹਨੂੰ ਹੈ ਨਾ ਕਨਸਪੀਰੇਸੀ ਥਿਊਰੀ ਦਾ ਨਾਂ ਦਿੰਦੇ ਆ, ਜਦ ਕਿ ਦੂਸਰੇ ਪਾਸੇ ਇੱਕ ਤਬਕਾ ਜਿਹੜਾ ਇਹਨੂੰ ਬੜਾ ਸੀਰੀਅਸਲੀ ਲੈਂਦਾ। ਸੋ ਇਹ ਵੀ ਇੱਕ ਪੋਲੀਟਿਕਸ ਦਾ ਹਿੱਸਾ ਵਾ। ਪਰ ਜਿਹੜੀ ਨਵੀਂ ਜਨਰੇਸ਼ਨ ਆ, ਉਹਦਾ ਕਾਫੀ ਖਿਆਲ ਆ ਟੈਕਨੋਲੋਜੀ ਦੇ ਵੱਲ, ਜਿਹੜੀ ਕਿ ਇੱਕ ਵਧੀਆ ਚੀਜ਼ ਆ। ਉਹ ਹੁੱਬ ਕੇ ਜਾਣਾ ਚਾਹੁੰਦੇ ਆ, ਨਾਲੇ ਪੁੰਨ ਨਾਲੇ ਫਲੀਆਂ, ਕਿ ਨਾਲੇ ਤੇ ਚਲੋ ਪੈਸੇ ਤੇ ਹੈ ਹੀ ਹੈ ਜੌਬ ਦੇ ਵਿੱਚ, ਕੰਮ ਦੇ ਵਿੱਚ, ਨਾਲੇ ਵੀ ਆਰ ਸੇਵਿੰਗ ਦ ਵਰਲਡ। ਸੋ ਵੱਡੀਆਂ ਜਿਹੜੀ ਟੈਕ ਕੰਪਨੀਜ਼ ਆ, ਉਹਨਾਂ ਦੇ ਵੀ ਪਿੱਛੇ ਜੇ ਉਹਨਾਂ ਇੱਕ ਲੈਟਰ ਕੱਢੀ ਸੀ ਕਿ ਸਾਡੀ ਇੱਕ ਜਿੱਦਾਂ ਗਾਈਡੈਂਸ ਕੱਢੀ ਸੀ ਵੱਡੀ ਕੰਪਨੀ ਬਿਗ ਟੈਕ ਜਿਹੜੀਆਂ ਫੋਰਚੂਨ 500 ਕੰਪਨੀਜ਼, ਉਹਨਾਂ ਦੇ ਸੀਈਓਜ਼ ਨੇ ਇਕੱਠੇ ਹੋ ਕੇ ਕਿ ਸਾਨੂੰ ਐਥੀਕਲੀ ਇਹ ਮੇਕ ਸ਼ੋਰ ਕਰਨਾ ਪੈਣਾ ਕਿ ਆਪਾਂ ਜਿਹੜੀ ਆ ਕਾਰਬਨ ਨੈਟ ਜ਼ੀਰੋ ਐਮਿਸ਼ਨ ਜਿਹੜੀ ਆ ਉਹਦੇ ਵੱਲ ਆਪਾਂ ਧਿਆਨ ਦਈਏ, ਜਿਹਦੇ ਵਿੱਚ ਗੂਗਲ, ਮਾਈਕਰੋਸਾਫਟ ਹੈ ਨਾ, ਆਦਿ ਜਿਹੜੇ ਵੱਡੇ ਨਾਮ ਆ। ਟੈਸਲਾ ਤੇ ਕਰਦਾ ਹੀ ਹੈ ਕਿ ਅਸੀਂ ਕਲੀਨ ਟੈਕਨੋਲੋਜੀ ਦੇ ਉੱਤੇ ਵਰਕ ਕਰਦੇ। ਹੋਰ ਵੀ ਬਹੁਤ ਕਲੀਨ ਟੈਕ ਜਿਹੜੀ ਆ ਉਹ ਕੰਮ ਚੱਲਦੇ ਪਏ ਆ, ਹੈ ਨਾ। ਸੋ ਇਹ ਚੀਜ਼ ਆ। ਹੁਣ ਆਪਾਂ ਰਾਜਕਰਨ ਆਪਾਂ ਥੋੜੀ ਜਿਹੀ ਅਨਫੋਰਚੂਨੇਟ ਵੀ ਇੱਕ ਗੱਲ ਕਰ ਲਈਏ ਕਿ ਅਸੀਂ ਜਿਹੜੇ ਹਿੱਸੇ ਤੋਂ ਆਏ ਆ ਦੁਨੀਆ ਦੇ, ਪੰਜਾਬ ਦੇ, ਕਿਉਂਕਿ ਅਸੀਂ ਪੰਜਾਬ ਦੇ ਨਾਲ ਬੈਕਗਰਾਉਂਡ ਸਾਡੀ ਹੈਗੀ ਆ, ਆਪਾਂ ਉਹਨੂੰ ਵੀ ਇਸ ਸੰਦਰਭ ਦੇ ਵਿੱਚ ਦੇਖੀਏ। ਤੇ ਅਸੀਂ ਇੰਡੀਆ ਦੀ ਇੱਕ ਮੈਂ ਸਟੱਡੀ ਇੱਥੇ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਕੁਛ ਜਿਹੜੀ ਇੰਡੀਆ ਦੀ ਸਟੇਟਸ ਦੀ ਉਹਨਾਂ ਰੈਂਕਿੰਗ ਕੀਤੀ ਕਿ ਕਿਹੜੇ ਸਟੇਟ ਸਭ ਤੋਂ ਵੱਧ ਇੰਪੈਕਟਡ ਆ, ਤੇ ਕਿਹੜੀ ਸਭ ਤੋਂ ਘੱਟ ਜਿਹੜੀਆਂ ਉਹ ਇਹਦੇ ਤੇ ਇੰਪੈਕਟ ਹੋਣਗੀਆਂ। ਸੋ ਮੈਂ ਰਾਜਕਰਨ ਵਿੱਚ ਇਹ ਦੱਸਦਾ ਕਿ ਜਿਹੜੀਆਂ 11 ਸਟੇਟਸ, ਜਿਨ੍ਹਾਂ ਵਿੱਚ ਮਹਾਰਾਸ਼ਟਰ, ਗੋਆ, ਨਾਗਾਲੈਂਡ, ਕੇਰਲਾ, ਤਾਮਿਲਨਾਡੂ, ਹਰਿਆਣਾ, ਉੱਤਰਾਖੰਡ, ਪੰਜਾਬ, ਸਿੱਕਮ, ਤੇਲੰਗਾਨਾ ਤੇ ਹਿਮਾਚਲ ਪ੍ਰਦੇਸ਼, ਜ਼ਿਆਦਾਤਰ ਆਪਣੇ ਨਾਰਥ ਦੀਆਂ ਸਟੇਟ, ਹਿਮਾਚਲ ਹੋ ਗਈ, ਪੰਜਾਬ, ਉੱਤਰਾਖੰਡ, ਹਰਿਆਣਾ ਹੋ ਗਿਆ, ਇਹਨਾਂ ਦੇ ਉੱਤੇ ਇੰਟਰਸਟਿੰਗਲੀ ਬਹੁਤ ਘੱਟੋ ਘੱਟ ਇੰਪੈਕਟ ਹੋਣਾ ਜੀ। ਲੋ ਵਲਨਰੇਬਲ ਆ। ਜਦ ਕਿ ਜਿਹੜੇ ਬਾਕੀ ਆ ਸਟੇਟਸ, ਜਿਨ੍ਹਾਂ 'ਚ ਬਿਹਾਰ ਹੋ ਗਿਆ, ਆਪਣਾ ਛੱਤੀਸਗੜ੍ਹ ਹੋ ਗਿਆ, ਝਾਰਖੰਡ, ਵੈਸਟ ਬੰਗਾਲ ਹੋ ਗਿਆ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਇੱਦਾਂ ਦੀ ਆਦਿ ਸਟੇਟਸ, ਇਹ ਸਭ ਤੋਂ ਵੱਧ ਇੰਪੈਕਟਡ ਆ। ਤੇ ਜਿਹੜੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਈਵਨ ਕਿਸੇ ਹੱਦ ਤੱਕ ਜੰਮੂ ਕਸ਼ਮੀਰ ਵੀ, ਜਾਂ ਆਂਧਰਾ ਹੋ ਗਿਆ, ਕਰਨਾਟਕਾ ਹੋ ਗਿਆ, ਇਹਨਾਂ ਦੇ ਉੱਤੇ ਵੀ ਕਾਫੀ ਇੰਪੈਕਟ ਹੋਏਗਾ। ਸੋ ਕਹਿ ਸਕਦੇ ਕਿ ਪ੍ਰਮਾਤਮਾ ਨੇ ਆਪਣੇ ਖਿੱਤੇ ਨੂੰ, ਪੰਜਾਬ ਦੇ ਖਿੱਤੇ ਨੂੰ ਕੁਛ ਇੱਦਾਂ ਦਾ ਬਣਾਇਆ ਵੀ ਉਹਦੇ ਉੱਤੇ ਸਮੁੰਦਰ ਨਾ ਲਾਗੇ ਲੱਗਣ ਕਰਕੇ, ਜਾਂ ਨੈਚੁਰਲ ਰਿਸੋਰਸਿਸ ਜਾਂ ਹਿਮਾਲਿਆ ਸਾਹਮਣੇ ਲਾਗੇ ਹੋਣ ਕਰਕੇ ਪਰਮਾਤਮਾ ਦੀ ਬੜੀ ਕਿਰਪਾ ਦੇ ਨਾਲ ਉਹਦਾ ਬਹੁਤ ਇੰਪੈਕਟ ਨਹੀਂ ਹੋਊਗਾ। ਇਹ ਤਾਂ ਚਲੋ ਕੁਦਰਤ ਦੀ ਦਿਆ ਹੋਈ। ਪਰ ਅਸੀਂ ਜਦੋਂ ਆਪਣੀ ਗੱਲ ਕਰਦੇ ਕਿ
ਜੇ ਪਾਣੀ ਦੀ ਬੇਤਹਾਸ਼ਾ ਵਰਤੋਂ, ਫਾਰਮ ਫਾਇਰਸ ਹੈ ਨਾ, ਅੱਗਾਂ ਲੱਗਦੀਆਂ ਜਿਹੜੀਆਂ, ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਮੈਂ ਕੱਢਦਾ, ਕਿਉਂਕਿ ਜਿਹੜੇ ਕਿਸਾਨ ਹੁੰਦੇ ਲੋ ਇਨਕਮ, ਉਹਨਾਂ ਨੂੰ ਕੋਈ ਬਾਲੇ ਸਾਧਨ ਨਹੀਂ ਅੱਗ ਲਾਉਣ ਤੋਂ ਬਿਨਾਂ ਪਰਾਲੀ ਤਾਂ ਕੀ ਕਰਨ, ਹੈ ਨਾ। ਅਤੇ ਜਾਂ ਪਾਣੀ ਦੀ ਜਿਹੜੀ ਡਿਸਟਰੀਬਿਊਸ਼ਨ ਆ, ਫਲੱਡ ਵਾਟਰਿੰਗ ਜਿਹੜੀ ਕਿ ਅੱਜ ਤੋਂ ਹੈ ਨਾ ਸ਼ਾਇਦ 50-70 ਸਾਲ ਪੁਰਾਣੀ ਟੈਕਨੀਕ, ਅੱਜ ਵੀ ਆਪਾਂ ਫਲੱਡ ਹੀ ਕਰਦੇ ਹਾਂ ਆਪਣੇ ਉੱਥੇ ਖੇਤਾਂ ਨੂੰ, ਉਹ ਵੀ ਬਿਲਕੁਲ ਸਾਫ਼ ਪਾਣੀ ਦੇ ਨਾਲ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਲੋੜ ਹੋਣੀ। ਸਾਫ਼ ਪਾਣੀ ਦੇ ਨਾਲ ਅਸੀਂ ਉਹਨਾਂ ਨੂੰ ਫਲੱਡ ਕਰਦੇ ਹਾਂ, ਪਾਣੀ ਨੂੰ ਗੰਧਲਾ ਕਰਨ ਦਾ। ਸੋ ਇਨਵਾਇਰਮੈਂਟ ਦੇ ਵੱਲ ਜਿਹੜਾ ਉਸ ਖਿੱਤੇ ਦਾ, ਪਰਮਾਤਮਾ ਦੀ ਤਾਂ ਬੜੀ ਦੇਣ ਆ, ਪਰ ਅਸੀਂ ਉਹਦੀ ਬਹੁਤ ਬੇਕਦਰੀ ਕਰ ਰਹੇ ਹਾਂ। ਸੋ ਮੈਨੂੰ ਇਹ ਉਮੀਦ ਆ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਆਪਣੇ ਵੀ ਪੰਜਾਬੀ, ਜਿੱਦਾਂ ਪੂਰੇ ਵੈਸਟ ਦੇ ਜਿਹੜੇ ਯੰਗਸਟਰ ਆ, ਉਹ ਟੈਕਨੋਲੋਜੀ ਨੂੰ ਵਰਤਦੇ ਪਏ ਆ, ਅਤੇ ਵਰਤ ਕੇ ਤੇ ਇਨਵਾਇਰਮੈਂਟ ਨੂੰ ਬਚਾਉਣ ਦੀਆਂ ਗੱਲਾਂ ਪਤਾ ਚੱਲ ਰਹੀਆਂ। ਕਿ ਮੇਰੀ ਬੜੀ ਇਹ ਮਨ ਦੀ ਖਾਹਿਸ਼ ਆ ਕਿ ਜਿਹੜੇ ਪੰਜਾਬ ਦੇ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਾਂ ਜਨਰੇਸ਼ਨ ਆ, ਉਹ ਜਿਹੜੀ ਐਗਜ਼ਿਸਟਿੰਗ ਟੈਕਨੋਲੋਜੀਜ਼ ਹੀ ਆ, ਜੇ ਨਵੀਂ ਕੋਈ ਕਾਢ ਕੱਢਣ ਦੀ ਲੋੜ ਨਹੀਂ, ਪਰ ਜਿਹੜੀ ਐਗਜ਼ਿਸਟਿੰਗ ਟੈਕਨੋਲੋਜੀਜ਼ ਹੀ ਆ, ਉਹਨੂੰ ਲਰਨ ਕਰਕੇ, ਉਹਨੂੰ ਇੰਪਲੀਮੈਂਟ ਕਰਕੇ ਅਸੀਂ ਬਹੁਤ ਹੱਦ ਤੱਕ ਜਿਹੜੇ ਆਪਣੀ ਸੇਵ ਕਰ ਸਕਦੇ ਹਾਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ। ਬਿਲਕੁਲ। ਸੋ ਬਿਲਕੁਲ, ਸੋ ਆਪਣੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ, ਹਰਵਿੰਦਰ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਸੋ ਆਪਾਂ ਕਲਾਈਮੇਟ ਚੇਂਜ ਦੀ ਗੱਲ ਵੀ ਕੀਤੀ, ਨਾਲ ਟੈਕਨੋਲੋਜੀ ਦਾ ਵੀ ਦੇਖਿਆ, ਉਸਨੇ ਕਿੱਦਾਂ ਇਹ 'ਤੇ ਅਸਰ ਪਾਇਆ, ਅਤੇ ਆਪਾਂ ਕਿੱਦਾਂ ਇਸ ਦੀ ਵਰਤੋਂ ਕਰਦੇ ਹੋਏ ਵੀ ਆਪਾਂ ਫ਼ਰਕ ਜਿਹੜਾ ਉਹ ਪਾ ਸਕਦੇ ਹਾਂ। ਸੋ ਡੈਫੀਨੇਟਲੀ ਬਹੁਤ ਕੁਛ ਇਸ ਦੇ ਉੱਤੇ ਕਰਨ ਦੀ ਜ਼ਰੂਰਤ ਆ, ਪਰ ਆਪਾਂ ਕੋਸ਼ਿਸ਼ ਕਰਦੇ ਰਹੀਏ, ਫਿਰ ਹੀ ਇਸ ਦੇ ਵਿੱਚ ਕਾਮਯਾਬੀ ਜਿਹੜੀ ਉਹ ਆਪਾਂ ਨੂੰ ਮਿਲੇਗੀ। ਸੋ ਹਰਵਿੰਦਰ, ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਆਪਣੇ ਸਰੋਤਿਆਂ ਤੋਂ, ਦਰਸ਼ਕਾਂ ਤੋਂ। ਮਿਲਦੇ ਹਾਂ ਅਗਲੀ ਵਾਰ ਇੱਕ ਹੋਰ ਜਿਹੜੇ ਪੰਜਾਬੀ ਟੈਕ ਟਾਕ ਦੀ ਜਿਹੜੀ ਉਹ ਗੱਲਬਾਤ ਕਰਦੇ ਹੋਏ। ਇਜਾਜ਼ਤ ਲੈਂਦੇ ਹਾਂ, ਸਭ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਸੁਣਦੇ ਰਹੋ ਪੰਜਾਬੀ ਰੇਡੀਓ।